12 ਦਸੰਬਰ शनिचरवार की शाम है। प्रोग्राम देश प्रदेश के सारे ही दर्शकों को बलजिंदर सिंह अटवाल वालों सत श्री अकाल। आप साਰਿਆਂ ਦਾ ही प्रोग्राम ਦੇ ਵਿੱਚ ਨਿੱਘਾ ਤੇ ਹਾਰदिक स्वागत है। किसानी संघर्ष ਜਿਹੜਾ पंजाब तो शुरू होया ਨਾਲ ਲੱਗਦੇ सूबे हरियाणे ਦੇ ਵਿੱਚ पूरी तरह फैल गया। पूरी सपोर्ट ਤੇ हरियाणा आ गया। इस ਦੇ ਨਾਲ राजस्थान यूपी ਇੱਥੇ ही बस नहीं मुल्क के बाकी हिस्से ਦੇ ਵਿੱਚ भी ਇਹ संघर्ष जोर फड़ चुका है। और इस तो इलावा दुनिया भर ਦੇ ਵਿੱਚ ਜਿੱਥੇ ਜਿੱਥੇ भी पंजाबी बैठे हैं, इंडियन बैठे हैं, उत्थे उत्थे एक किसानी संघर्ष जिहड़ा है पूरी तरह भख चुका है। इस दे नाल संबंधित अज के प्रोग्राम दे विच कई सैगमेंट्स होणगे। आओ प्रोग्राम की शुरुआत करते हाँ लड़ीवार धार्मिक सैगमेंट के नाल, जिस दे विच अज जपजी साहब की 30वीं पौड़ी का पाठ और व्याख्या सरवण करते हैं भाई सरबजीत सिंह जी धुंदा होना तो। कमाई जुगत व्याई तिन चेले प्रवाण, एक संसारी एक पंडारी एक लाए दीवान। जिम तिस भावै तिवें चलावै, जिम होवै फरमान। ओ वेखै ओना नदर न आवै, बहुता ए विडाण। आदेश तिसै आदेश, आद अनील अनाद अनाहत। जुग जुग एको वेस। वाहिगुरू जी का खालसा वाहिगुरू जी की फतेह। गुरु प्यारी साध संगत जी, जप बाणी की चल रही लड़ीवार विचार विच अज आपां 30 नंबर पौड़ी का पाठ श्रवण किया है। 29 नंबर पौड़ी तक आपां लड़ीवार विचार जिहड़ी है वो सांझी कर चुके हाँ। जिवें कि आपां नूं बाणी जिहड़े समझ के पढ़न वाले स्रोते ने पता है कि 28, 29, 30 अते 31 ये जिहड़ियां चार पौड़ियां ने, इन्हां दी जिहड़ियां अखीरलियां तुकां ने आदेश तिसै आदेश, आद अनील अनाद अनाहत, जुग जुग एको वेस। ये पंक्तियां जिहड़ियां ने चार पौड़ियां दे विच अखीर ते इदां ही आईयां ने। ਜਿਹੜੀਆਂ ਪਹਿਲੀਆਂ ਦੋ ਪੌੜੀਆਂ ਆਪਾਂ ਸਾਂਝੀਆਂ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚ ਗੁਰਦੇਵ ਜੀ ਨੇ ਯੋਗ ਮਤ ਦੇ ਨਾਲ ਜਿਹੜੀਆਂ ਵਸਤੂਆਂ ਸੰਬੰਧ ਰੱਖਦੀਆਂ ਸਨ, ਭਾਵੇਂ ਉਹ ਮੁੰਦਰਾਂ ਸਨ, ਭਾਵੇਂ ਉਹ ਗੋਦੜੀ ਸੀ, ਭਾਵੇਂ ਉਹ ਖਿੰਥਾ ਸੀ, ਭਾਵੇਂ ਹੱਥ ਵਿੱਚ ਜੋਗੀ ਤੇ ਫੜਿਆ ਹੋਇਆ ਡੰਡਾ, ਜਾਂ ਉਹਨਾਂ ਦਾ ਚੂਰਮਾ ਵਰਤਾਉਣਾ, ਸਿੰਘੀ ਨਾਦ ਵਜਾਉਣਾ, ਇਹਨਾਂ ਸਾਰਿਆਂ ਦਾ ਨਾਂ ਲੈ ਕੇ ਗੁਰਦੇਵ ਜੀ ਨੇ ਗੁਣਾਂ ਦੀ ਗੱਲ ਕੀਤੀ। ਭਾਵੇਂ ਉਹ ਸੰਤੋਖ ਦੀ ਗੱਲ ਸੀ, ਭਾਵੇਂ ਉਹ ਉਦਮ ਦੀ ਗੱਲ ਸੀ, ਭਾਵੇਂ ਗੁਰਦੇਵ ਪਿਤਾ ਮਹਾਰਾਜ ਜੀ ਨੇ ਗਿਆਨ ਦੀ ਗੱਲ ਕੀਤੀ, ਦਇਆ ਦੀ ਗੱਲ ਕੀਤੀ, ਹਰ ਇੱਕ ਹਿਰਦੇ ਵਿੱਚ ਬੈਠੇ ਹੋਏ ਉਸ ਮਾਲਕ ਨੂੰ ਮਹਿਸੂਸ ਕਰਨ ਦੀ ਗੱਲ ਕੀਤੀ। ਭਾਵੇਂ ਉਹ ਸ਼ਬਦ ਜੋਗੀਆਂ ਨਾਲ ਸੰਬੰਧਿਤ ਸੀ, ਪਰ ਗੱਲ ਸਮੁੱਚੀ ਕਾਇਨਾਤ ਦੀ ਕੀਤੀ ਕਿ ਸਾਨੂੰ ਇਹ ਗੁਣ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ। ਤੋ ਨਾਲ ਇਹ ਵੀ ਸਮਝਾਇਆ, ਭਾਈ ਤੁਸੀਂ ਉਸ ਨਾਥ ਨਾਲ ਨਾ ਜੁੜੋ ਜਿਹੜਾ ਨਾਥ ਅੱਜ ਹੈ ਤੇ ਕੱਲ੍ਹ ਨੂੰ ਨਹੀਂ ਹੋਏਗਾ। ਜਿਹੜਾ ਨਾਥ ਆਪ ਕਲੰਕ ਨਾਲ ਭਰਿਆ ਪਿਆ, ਉਸ ਨਾਥ ਨਾਲ ਜੁੜਨ ਦਾ ਕੋਈ ਲਾਭ ਨਹੀਂ। ਆਪਾਂ ਉਸ ਨਾਥ ਨਾਲ ਜੁੜਨਾ ਜਿਹੜਾ ਆਦ ਹੈ, ਅਨੀਲ ਭਾਵ ਜਿਹੜਾ ਦਾਗ ਤੋਂ ਰਹਿਤ ਹੈ, ਅਨਾਦ ਜਿਹਦਾ ਮੁੱਢ ਕੋਈ ਨਹੀਂ ਭਾਵ ਜਿਹੜਾ ਹਮੇਸ਼ਾ ਤੋਂ ਹੈ, ਅਨਾਥ ਜਿਹੜਾ ਨਾਸ਼ ਤੋਂ ਰਹਿਤ ਹੈ, ਤੇ ਜੁਗ ਜੁਗ ਏਕੋ ਵੇਸ ਜਿਹੜਾ ਹਰ ਸਮੇਂ ਹਰ ਵਕਤ ਇੱਕੋ ਜਿਹਾ ਹੈ, ਜਿਹਦਾ ਕਦੀ ਬਦਲਦਾ ਨਹੀਂ। ਪਰ ਇਸ ਪੌੜੀ ਵਿੱਚ ਜਿਹੜੀ 30 ਨੰਬਰ ਪੌੜੀ ਆਪਾਂ ਹੁਣੇ ਸਾਧ ਸੰਗਤ ਜੀ ਪੜ੍ਹੀ ਹੈ, ਜਿਹਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਕਿਉਂਕਿ ਤੁਸੀਂ ਨੋਟ ਕੀਤਾ ਹੋਏਗਾ 28 ਨੰਬਰ ਪੌੜੀ ਦੀਆਂ ਵੀ ਅਖੀਰਲੀਆਂ ਤੁਕਾਂ ਇਹੋ ਸੀ, 29 ਨੰਬਰ ਪੌੜੀ ਦੀਆਂ ਵੀ ਅਖੀਰਲੀਆਂ ਤੁਕਾਂ ਇਹੋ ਸੀ, ਪਰ ਉਹਦੇ ਵਿੱਚ ਜੋਗੀਆਂ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਚਿੰਨ੍ਹ ਸਨ ਉਹਨਾਂ ਦਾ ਨਾਂ ਲਿਆ। ਪਰ ਜਿਹੜੀ 30 ਨੰਬਰ ਪੌੜੀ ਹੈ, ਇਹਦੇ ਵਿੱਚ ਜਿਹੜੀ ਇੱਕ ਮਿੱਥ ਮੰਨੀ ਗਈ ਸੀ ਕਿ ਇਸ ਸੰਸਾਰ ਨੂੰ ਇਹ ਜਿਹੜੇ ਤਿੰਨ ਦੇਵਤੇ ਚਲਾ ਰਹੇ ਨੇ, ਉਹਨਾਂ ਨੂੰ ਭਗਵਾਨ ਕਹਿ ਕੇ ਵੀ ਪੂਜਿਆ ਗਿਆ, ਪੂਜਿਆ ਜਾਂਦਾ ਹੈ ਹੁਣ ਤੱਕ ਵੀ। ਵੱਖਰੀ ਗੱਲ ਹੈ, ਜਿਹੜੇ ਮੰਨਦੇ ਨੇ ਉਹਨਾਂ ਦਾ ਆਪਣਾ ਵਿਸ਼ਵਾਸ ਹੈ, ਉਹਨਾਂ ਨੂੰ ਮੁਬਾਰਕ। ਉਹ ਮਿੱਥ ਇਹ ਸੀ, ਕਹਿੰਦੇ ਇੱਕ ਮਾਈ ਹੈ, ਉਹ ਇੱਕ ਜੁਗਤੀ ਨਾਲ ਪ੍ਰਸੂਤ ਹੋਈ ਤੇ ਉਹਨੇ 3 ਬੱਚਿਆਂ ਨੂੰ ਜਨਮ ਦਿੱਤਾ। ਜਿਹੜਾ ਜ਼ਿਕਰ ਇੱਥੇ ਗੁਰਦੇਵ ਜੀ ਨੇ ਕੀਤਾ ਵੀ ਏਕਾ ਮਾਈ, ਇੱਕ ਮਾਈ, ਮਾਈ ਮੀਨਿੰਗ ਮਾਇਆ, ਵੀ ਮਾਈ ਇੱਕ ਜੁਗਤੀ ਨਾਲ ਵਿਆਹੀ, ਜੁਗਤੀ ਨਾਲ ਉਹਦਾ ਵਿਆਹ ਹੋਇਆ ਤੇ ਉਹਨੇ 3 ਬੱਚਿਆਂ ਨੂੰ ਜਨਮ ਦਿੱਤਾ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਉਹਦੇ 3 ਚੇਲੇ ਜਿਹੜੇ ਮੰਨੇ ਗਏ, ਭਾਵ ਕਿਹੜੇ ਕਿਹੜੇ? ਪਹਿਲਾ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਤੇ ਸ਼ਿਵ ਜੀ, ਭਾਵ ਬ੍ਰਹਮਾ ਪੈਦਾ ਕਰਦਾ। ਫਿਰ ਤਿੰਨਾਂ ਦੇ ਮਹਿਕਮੇ ਅਲੱਗ-ਅਲੱਗ ਨੇ, ਭਾਵ ਬ੍ਰਹਮੇ ਨੇ ਕਾਇਨਾਤ ਨੂੰ ਸਿਰਜਿਆ, ਵਿਸ਼ਨੂੰ ਜਿਹੜਾ ਹੈ ਉਹ ਰਿਜ਼ਕ ਦਿੰਦਾ ਹੈ, ਤੇ ਜਿਹੜਾ ਸ਼ਿਵ ਹੈ ਉਹਦੇ ਕੋਲ ਮੌਤ ਦਾ ਮਹਿਕਮਾ ਹੈ। ਇੱਕ ਗੱਲ ਦਾ ਹੋਰ ਖਿਆਲ ਰੱਖਿਓ, ਜਿਹੜੀ ਪੂਜਾ ਹੈ ਨਾ, ਜਦੋਂ ਵੀ ਪੂਜਾ ਹੁੰਦੀ ਹੈ,
ਪੂਜਾ ਡਰ ਤੇ ਲਾਲਚ ਚੋਂ ਪੈਦਾ ਹੁੰਦੀ ਹੈ, ਜਾਂ ਡਰ ਕਰਕੇ ਬੰਦਾ ਪੂਜਾ ਕਰਦਾ ਜਾਂ ਲਾਲਚ ਕਰਕੇ ਪੂਜਾ ਕਰਦਾ। ਹੁਣ ਲਾਲਚ ਕੀ ਹੈ ਵੀ ਬ੍ਰਹਮੇ ਨੇ ਜਨਮ ਦਿੱਤਾ, ਬਸ ਠੀਕ ਹੈ, ਹੁਣ ਨਿਬੜ ਗਈ ਗੱਲ। ਪੂਰੇ ਭਾਰਤ ਦੇਸ਼ ਵਿੱਚ ਬ੍ਰਹਮੇ ਦਾ ਇੱਕੋ ਹੀ ਮੰਦਿਰ ਹੈ, ਰਾਜਸਥਾਨ ਵਿੱਚ ਪੁਸ਼ਕਰ ਦੇ ਵਿੱਚ। ਉਸ ਤੋਂ ਵੱਧ ਜ਼ਿਆਦਾ ਨੇ ਵਿਸ਼ਨੂੰ ਦੇ, ਕਿਉਂਕਿ ਵਿਸ਼ਨੂੰ ਦੇ ਕੋਲੋਂ ਉਹਨਾਂ ਕਹਿੰਦਾ ਰਿਜ਼ਕ ਲੈਣਾ ਹੈ, ਤਾਂ ਕਰਕੇ ਵਿਸ਼ਨੂੰ ਦੀ ਪੂਜਾ ਕਰਦੇ ਨੇ। ਸਭ ਤੋਂ ਵੱਧ ਜਿਹੜੀ ਪੂਜਾ ਹੈ ਸ਼ਿਵ ਦੀ ਹੁੰਦੀ ਹੈ, ਕਿਉਂਕਿ ਉਹਦੇ ਕੋਲ ਮੌਤ ਦਾ ਮਹਿਕਮਾ ਹੈ ਤੇ ਮੌਤ ਤੋਂ ਹਰ ਬੰਦਾ ਡਰਦਾ ਹੈ। ਚਲੋ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਮੰਨੀ ਜਾਣ। ਗੁਰੂ ਨਾਨਕ ਸਾਹਿਬ 30 ਨੰਬਰ ਪੌੜੀ ਵਿੱਚ ਇਹ ਵਿਚਾਰ ਬਖਸ਼ਿਸ਼ ਕਰ ਰਹੇ ਨੇ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ, ਭਾਵ ਇੱਕ ਸੰਸਾਰ ਤੇ ਭੇਜਣ ਵਾਲਾ, ਇੱਕ ਭੰਡਾਰੀ, ਇੱਕ ਭੰਡਾਰ ਲਾ ਕੇ ਬੈਠਾ ਹੋਇਆ, ਇੱਕ ਲਾਏ ਦੀਵਾਨ। ਇੱਕ ਦੇ ਕੋਲ ਮੌਤ ਦਾ ਮਹਿਕਮਾ ਹੈ, ਤਾਂ ਹੀ ਲੋਕ ਬਾਰ-ਬਾਰ ਸ਼ਿਵ ਜੀ ਦੇ ਦਰਬਾਰ ਵੱਲ ਨੂੰ ਭੱਜੇ ਜਾਂਦੇ ਵੀ ਉਹਦੇ ਕੋਲ ਮੌਤ ਦਾ ਮਹਿਕਮਾ ਹੈ। ਤੋ ਇੱਥੇ ਭਗਤ ਨਾਮਦੇਵ ਜੀ ਨੇ ਕਿੱਡੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੈਰੋ ਭੂਤ ਸੀਤਲਾ ਧਾਵੇ। ਭੈਰੋ ਇੱਕ ਜਤੀ ਦਾ ਨਾਮ ਹੈ। ਇਹ ਸ਼ਿਵ ਜੀ ਦੀਆਂ 8 ਸ਼ਕਲਾਂ ਵਿੱਚੋਂ ਇੱਕ ਭੈਰੋ ਵੀ ਮੰਨਿਆ ਗਿਆ ਹੈ। ਜੰਮੂ ਦੇ ਵਿੱਚ ਦੁਰਗਾ ਦੇ ਮੰਦਿਰ ਤੋਂ 3 ਮੀਲ ਦੀ ਦੂਰੀ ਤੇ ਇਹਦਾ ਇੱਕ ਆਪਣਾ ਮੰਦਿਰ ਹੈ। ਭਾਵ ਭੈਰੋ ਭੂਤ, ਜਿਹਦੀ ਭੂਤ ਵਰਗੀ ਕਹਿੰਦੇ ਸ਼ਕਲ ਹੈ ਤੇ ਕੁੱਤੇ ਦੀ ਸਵਾਰੀ ਹੈ ਉਹਦੀ, ਜਿਹੜਾ ਭੈਰੋ ਜਤੀ ਹੈ। ਕਿ ਹੁਣ ਜਿਹੜਾ ਭੈਰੋ ਨੂੰ ਖੁਸ਼ ਕਰੇਗਾ, ਕੁਦਰਤੀ ਗੱਲ ਹੈ, ਜੋ ਉਹਦੇ ਕੋਲ ਹੈ ਉਹ ਉਹਨੂੰ ਦੇਵੇਗਾ। ਸੀਤਲਾ ਧਾਵ ਹੈ, ਸੀਤਲਾ ਜਿਹੜੀ ਮਾਤਾ ਜਿਹੜੀ ਹੈ ਤੇ ਚੇਚਕ ਸੀ, ਕਹਿੰਦੇ ਉਹਦੀ ਜਿਹੜੀ ਖਰ ਦੀ ਖੋਤੇ ਦੀ ਸਵਾਰੀ ਹੈ। ਹੁਣ ਜਿਹੜਾ ਸੀਤਲਾ ਨੂੰ ਖੁਸ਼ ਕਰੇਗਾ ਉਹਨੂੰ ਕੀ ਮਿਲੇਗਾ। ਕਿੱਡੇ ਪਿਆਰੇ ਸ਼ਬਦ ਇੱਥੇ ਵਰਤੇ ਨੇ ਵੀ ਇਹ ਹੁਣ ਉਹਨਾਂ ਸਮਿਆਂ 'ਚ, ਜਿਨ੍ਹਾਂ ਸਮਿਆਂ 'ਚ ਉਹਨਾਂ ਨੂੰ ਇਰਦ ਗਿਰਦ ਵਿਪਰ ਨੇ ਘੇਰਿਆ ਸੀ, ਇਹ ਸ਼ਬਦ ਬੋਲਣੇ ਬਹੁਤ ਔਖੇ ਸੀ। ਵੱਖਰੀ ਗੱਲ ਹੈ ਕਿ ਅੱਜ ਅਗਲੇ ਧਮਕੀਆਂ ਵੀ ਦਿੰਦੇ ਆ, ਡਰਾਉਂਦੇ ਵੀ ਆ, ਭੈ ਪੀਤ ਕਰਦੇ। ਜੇ ਕੋਈ ਵਿਅਕਤੀ ਇਸ ਵਿਪਰਵਾਦ ਦੇ ਉੱਤੇ ਕਰਾਰੀ ਚੋਟ ਕਰਦਾ ਹੈ, ਉਹਨੂੰ 295 ਦਾ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਭੈ ਪੀਤ ਡਰਾਇਆ ਜਾਂਦਾ। ਪਰ ਸੱਚ ਤੇ ਸੱਚ ਹੀ ਆ। ਜਦੋਂ ਭਾਈ ਕਾਹਨ ਸਿੰਘ ਨਾਭਾ ਜੀ ਨੇ ਹਮ ਹਿੰਦੂ ਨੇ ਪੁਸਤਕ ਲਿਖੀ ਸੀ, ਬੜਾ ਭੈ ਪੀਤ ਕੀਤਾ ਗਿਆ, ਬੜਾ ਡਰਾਇਆ, ਬੜੇ ਪਰਚੇ ਵੀ ਕਰਾਏ ਗਏ, ਪਰ ਹਰ ਪਰਚੇ 'ਚੋਂ ਉਹ ਐਨ ਬਰੀ ਹੋਏ। ਕਿਉਂ? ਕਿਉਂਕਿ ਸੱਚ ਸੀ। ਉਹਨਾਂ ਨੂੰ ਪਤਾ ਸੀ ਜੋ ਹੈਗਾ ਭਾਈ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਤੋਂ ਵੱਖਰੀ ਗੱਲ ਹੈ, ਕਈ ਵਾਰੀ ਲੱਗਦਾ ਵੀ ਸਾਨੂੰ ਇਹ ਗੱਲ ਹੁਣ ਭਗਤ ਨਾਮਦੇਵ ਜੀ ਕਹਿ ਰਹੇ ਆ। ਅੱਗੇ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚਰੈ ਡੌਰੂ ਡਮਕਾਵੇ। ਕਹਿੰਦੇ ਜਿਹੜਾ ਸ਼ਿਵ ਜੀ ਹੈ ਉਹਦੀ ਸਵਾਰੀ ਬਲਦ ਦੀ ਮੰਨੀ ਗਈ ਹੈ। ਕਹਿੰਦੇ ਮੰਨ ਲਓ ਕੋਈ ਕੱਲ੍ਹ ਨੂੰ ਸ਼ਿਵ ਨੂੰ ਖੁਸ਼ ਕਰ ਲਵੇ ਤੇ ਉਹਦੀ ਸਵਾਰੀ ਬਲਦ ਦੀ ਹੈ, ਤੇ ਜਿਹੜਾ ਉਹਦੇ ਕੋਲ ਜਾਣ ਵਾਲਾ ਉਹ ਕਹੇਗਾ ਜਿਹੜੇ ਬਲਦ ਤੇ ਮੈਂ ਚੜਿਆ ਉਹ ਬਲਦ ਦੀ ਸਵਾਰੀ ਭਾਈ ਤੂੰ ਕਰ। ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚਰੈ ਡੌਰੂ ਡਮਕਾਵੇ। ਇਹ ਤੇ ਮੈਂ ਨਾ ਸਿਰ ਝੁਕਦਾ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅੱਗੇ, ਜੋ ਇੱਕ ਹਿੰਦੂ ਪਰਿਵਾਰ 'ਚ ਪੈਦਾ ਹੋ ਕੇ ਵੀ ਕਿੱਡੀ ਵਿਵੇਕੀ ਨਾਲ ਤੇ ਕਿੱਡੀ ਦਲੇਰੀ ਨਾਲ ਜਦੋਂ ਇਹਨਾਂ ਨੇ ਪੌੜੀਆਂ ਦੇ ਅਰਥ ਕੀਤੇ ਨੇ, ਨਾਲ ਨੋਟ ਦਿੱਤੇ। ਮੈਂ ਕਹਿੰਦਾ ਇਹ ਦਲੇਰੀ ਸੀ, ਬਹਾਦਰੀ ਸੀ ਉਹਨਾਂ ਦੀ, ਕਿ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਸਾਡੇ ਪਿਤਾ ਪੁਰਖੀ ਇਹ ਕਰਮ ਕਰਦੇ ਰਹੇ ਹੋਣਗੇ। ਪਰ ਨਹੀਂ, ਉਹਨਾਂ ਨੇ ਐ ਛਾਲ ਮਾਰ ਕੇ ਨਿੱਤਰ ਕੇ ਇਹ ਸੱਚ ਦੀ ਵਿਚਾਰ ਸਮਾਜ ਦੇ ਸਾਹਮਣੇ ਲਿਆਂਦੀ। ਪਰ ਅੱਜ ਹੋ ਸਕਦਾ ਕਿਸੇ ਹਿੰਦੂ ਪਰਿਵਾਰ ਨੂੰ ਗੁੱਸਾ ਘੱਟ ਆਵੇ, ਪਰ ਜਿਹੜੇ ਸਾਡੇ ਪੱਗਾਂ ਵਾਲੇ ਉੱਤੋਂ ਦਸਤਾਰਾਂ ਸਜਾਈਆਂ ਨੇ ਪਰ ਅੰਦਰੋਂ ਵਿਪਰਵਾਦ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਤਕਲੀਫ ਇਹਨਾਂ ਸ਼ਬਦਾਂ ਨਾਲ ਵੱਧ ਹੁੰਦੀ ਹੈ। ਜਿਨ੍ਹਾਂ ਦਾ ਬਾਹਰਲਾ ਰੂਪ ਹੋਰ ਹੈ ਤੇ ਅੰਦਰਲਾ ਰੂਪ ਉਹਨਾਂ ਦਾ ਹੋਰ ਹੈ। ਮੈਨੂੰ ਅੱਜ ਵੀ ਯਾਦ ਹੈ, ਪੰਚਕੁਲਾ ਦਾ ਇੱਕ ਵੀਰ ਹੁੰਦਾ ਸੀ, ਜਦੋਂ ਕਥਾ ਕਰਨੀ ਬੰਗਲਾ ਸਾਹਿਬ ਤੋਂ ਉਹਦਾ ਅਕਸਰ ਫੋਨ ਆਉਣਾ, ਵੀਰ ਜੀ ਵੀ ਮੈਂ ਹੁਣ ਬਾਣੀ ਦੀ ਸਮਝ ਲੱਗ ਗਈ ਹੈ। ਅੱਗੇ ਕਈ ਵਾਰੀ ਅਸੀਂ ਜਾ ਕੇ ਇੱਦਾਂ ਕਿਸੇ ਮੰਦਿਰ ਦੇ ਵਿੱਚ ਜਾ ਕੇ ਦੁੱਧ ਚੜਾਉਣਾ, ਹੁਣ ਕਹਿੰਦਾ ਵੀ ਹੁਣ ਸਮਝ ਆ ਗਈ ਹੈ, ਕਿਸੇ ਗਰੀਬ ਦੇ ਮੂੰਹ 'ਚ ਦੁੱਧ ਪਾਈਦਾ ਕਿ ਭਾਈ ਇਹਦੇ ਵਿੱਚ ਉਹ ਮਾਲਕ ਵਸਦਾ ਵਾ ਜਿਹਦੇ ਨਾਲ ਸਾਨੂੰ ਜੁੜਨ ਦੀ ਪ੍ਰੇਰਨਾ ਦਿੱਤੀ ਗਈ। ਤੇ ਬਹੁਤ ਭੈਣ ਭਰਾ ਬਾਣੀ ਸਮਝ ਕੇ ਇਸ ਬੰਨੇ ਤੁਰੇ ਵੀ ਨੇ। ਜਿਨ੍ਹਾਂ ਤੁਰਨਾ ਉਹ ਹਿੰਦੂ ਪਰਿਵਾਰ ਜਨਮ ਲੈ ਕੇ ਵੀ ਤੁਰ ਪੈਂਦੇ ਆ, ਤੇ ਜਿਨ੍ਹਾਂ ਕਰਮਕਾਂਡ ਕਰਨੇ ਕਈ ਸਿੱਖ ਪਰਿਵਾਰਾਂ ਜਨਮ ਲੈ ਕੇ ਵੀ ਹਨੇਰਾ ਹੀ ਅਜੇ ਤੱਕ ਢੋਈ ਜਾ ਰਹੇ ਹਨ। ਤੋ ਖੈਰ ਇਹ ਗੱਲਾਂ ਕਰਨੀਆਂ ਤਾਂ ਸਾਂਝੀਆਂ ਨੇ ਵੀ ਗੁਰਬਾਣੀ ਕਿਸੇ ਦੇ ਅਕੀਦੇ ਤੇ ਚੋਟ ਨਹੀਂ ਪਹੁੰਚਾਉਂਦੀ। ਗੁਰਬਾਣੀ ਸੱਚ ਦੱਸਦੀ ਹੈ। ਜੇ ਤੁਹਾਡਾ ਵਿਸ਼ਵਾਸ ਕਿਸੇ ਗਲਤ ਜਗ੍ਹਾ ਤੇ ਬਣਿਆ ਹੋਇਆ ਤਾਂ ਟੁੱਟੇਗਾ ਜ਼ਰੂਰ। ਹੁਣ ਕਈ ਆ ਜਦੋਂ ਆਪਾਂ ਕਹਿੰਦੇ ਵੇਖੋ ਜੀ ਇਹ ਜਿਹੜਾ ਪ੍ਰਚਾਰ ਹੈ ਕਿਸੇ ਦਾ ਦਿਲ ਤੋੜਦਾ, ਦਿਲ ਤੇ ਉਹਨਾਂ ਦੇ ਵੀ ਟੁੱਟਦੇ ਆ ਜਿਹੜੇ ਦੇਹਧਾਰੀ ਬਾਬਿਆਂ ਦੀ ਪੂਜਾ ਕਰਦੇ ਆ। ਜਿਹੜੇ ਕਬਰਾਂ ਤੇ ਦੀਵਾ ਜਗਾਉਣ ਜਾਂਦੇ ਉਹਨਾਂ ਦਾ ਦਿਲ ਨਹੀਂ ਟੁੱਟਦਾ ਜਦੋਂ ਬਾਣੀਆਂ ਦੀ ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਵੀ ਮੜੀਆਂ ਮਸਾਣਾਂ ਤੇ ਨਹੀਂ ਜਾਣਾ। ਹੁਣ ਜਿਹੜਾ ਵੀਰਵਾਰ ਦੀਵਾ ਜਗਾਉਣ ਜਾਂਦਾ ਕੋਈ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਵੀ, ਉਹਨੂੰ ਵੀ ਤਕਲੀਫ ਹੁੰਦੀ ਹੈ। ਗੁਰਬਾਣੀ ਵਿੱਚ ਲਿਖੇ ਹੋਏ ਨੇ ਕਿ ਭਾਈ ਤੁਸੀਂ ਜਿਹਦੇ ਕੋਲ ਜਾਓਗੇ ਉਹ ਕੁਝ ਮਿਲੇਗਾ। ਇਸ ਕਰਕੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਭਗਵਾਨ ਦੇਵੀ ਦੇਵਤਿਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਰੱਖੋ, ਜਿਹੜਾ ਸਾਰਿਆਂ ਨੂੰ ਜਨਮ ਦੇਣ ਵਾਲਾ ਹੈ ਤੇ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਤੋ ਇੱਥੇ ਵੀ ਜਿਹੜਾ ਸ਼ਬਦ ਵਰਤਿਆ, ਕਹਿਣ ਲੱਗੇ ਤੁਸੀਂ ਕਹਿੰਦੇ ਹੋ ਬ੍ਰਹਮੇ ਨੇ ਪੈਦਾ ਕੀਤਾ, ਵਿਸ਼ਨੂੰ ਰਿਜ਼ਕ ਦਿੰਦਾ ਹੈ, ਸ਼ਿਵ ਦੇ ਕੋਲ ਮਾਰਨ ਦਾ ਮਹਿਕਮਾ ਹੈ। ਤੋ ਕਿਹੜੇ ਪਿਆਰੇ ਸ਼ਬਦ ਵਰਤੇ, ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਸੰਸਾਰ ਤੇ ਭੇਜਣ ਵਾਲਾ, ਇੱਕ ਭੰਡਾਰੀ ਤੇ ਇੱਕ ਲਾਏ ਦੀਵਾਨ, ਇੱਕ ਕਚਹਿਰੀ ਲਾ ਕੇ ਬੈਠਾ ਹੋਇਆ। ਪਰ ਮਹਾਰਾਜ ਨੇ ਬਾਣੀ 'ਚ ਕਹਿ ਦਿੱਤਾ, ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਜਿਵ ਤਿਸ ਭਾਵੈ, ਹੁਣ ਜਿਵ ਤਿਸ ਭਾਵੈ ਦਾ ਅਰਥ ਕੀ ਹੈ? ਜਿਵੇਂ ਉਹ ਮਾਲਕ ਨੂੰ ਭਾਉਂਦਾ ਸੰਸਾਰ ਉੱਦਾਂ ਚੱਲ ਰਿਹਾ।
ਇਹਦਾ ਅਰਥ ਵੀ ਇਹਨਾਂ ਦੇ ਕੋਲ ਤਿੰਨਾਂ ਕੋਲ ਕੋਈ ਮਹਿਕਮਾ ਨਹੀਂ ਹੈ ਵੀ ਜਿਵੇਂ ਮਾਲਕ ਨੂੰ ਪਾਉਂਦਾ ਉਦਾਂ ਹੋ ਰਿਹਾ ਹੈ, ਕਿਉਂਕਿ ਜਿਵੇਂ ਤੇ ਸੁਭਾਵੈ ਤਿਵੇਂ ਚਲਾਵੇ, ਜਿਵੇਂ ਹੋਵੇ ਫਰਮਾਨ, ਜਿੱਦਾਂ ਉਹਦਾ ਆਪਣਾ ਹੁਕਮ ਹੈ। ਕਿਉਂਕਿ ਗੁਰੂਦੇਵ ਜੀ ਕਹਿ ਚੁੱਕੇ ਨੇ ਪਿੱਛੇ ਵੀ ਥਾਪਿਆ ਨਾ ਜਾਏ, ਇਹ ਤੇ ਸਾਬਤ ਕੀਤੇ ਹੋਏ ਨੇ, ਕੀਤਾ ਨਾ ਹੋਏ। ਇੱਥੇ ਕੀਤਾ ਨਾ ਹੋਏ ਦਾ ਅਰਥ ਕੀ ਹੈ? ਕਿਸੇ ਮਾਂ ਬਾਪ ਦੁਆਰਾ ਰੱਬ ਦਾ ਜਨਮ ਨਹੀਂ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋ, ਉਹ ਆਪਣੇ ਆਪ ਤੋਂ ਆਪ ਬਣਿਆ, ਸਹਿਬੰਗ ਜੋ ਹੈ। ਤੋ ਇਸ ਕਰਕੇ ਇਹ ਜਿਨ੍ਹਾਂ ਦਾ ਅਸੀਂ ਨਾਂ ਲੈ ਰਹੇ ਹਾਂ, ਇਹ ਸਥਾਪਿਤ ਵੀ ਕੀਤੇ ਗਏ, ਇਹ ਬਣੇ ਵੀ। ਪਹਿਲੀ ਗੱਲ ਤੇ ਮਿੱਥ ਸੀ, ਪਰ ਉਹ ਜੇ ਮੰਨਦੇ ਵੀ ਹੋ ਤੇ ਬਾਣੀ ਇੰਜ ਕਹਿੰਦੀ ਹੈ, ਕਹਿੰਦੇ ਉਹ ਵੇਖੈ ਉਹਨਾਂ ਨਦਰ ਨਾ ਆਵੇ। ਉਹ ਵੇਖੇ ਦਾ ਅਰਥ ਕੀ ਹੈ? ਵੀ ਉਹ ਮਾਲਕ ਸਮੁੱਚੀ ਕਾਇਨਾਤ ਨੂੰ ਆਪਣੀ ਨਿਗਰਾਨੀ ਵਿੱਚ ਵੇਖ ਰਿਹਾ, ਪਰ ਉਹਨਾਂ ਨਜ਼ਰ ਨਾ ਆਵੇ। ਅਗਿਆਨੀ ਲੋਕਾਂ ਨੂੰ ਉਹ ਨਹੀਂ ਦਿਸ ਰਿਹਾ, ਕਿਉਂਕਿ ਬੇਸਮਝ ਲੋਕਾਂ ਦੇ ਕੋਲ ਅੱਖ ਹੀ ਹੈ ਨਹੀਂ। ਜਿਹੜਾ ਬੰਦਾ ਅਗਿਆਨਤਾ, ਕਿਉਂਕਿ ਯਾਦ ਰੱਖਣਾ, ਜਦੋਂ ਗੁਰਬਾਣੀ 'ਚ ਆਪਾਂ ਅੰਨੇ ਦੀ ਡੈਫੀਨੇਸ਼ਨ ਪੜ੍ਹਦੇ ਹਾਂ ਵੀ ਜਿਹਦੇ ਕੋਲ ਆਹ ਅੱਖਾਂ ਹੈ ਨਹੀਂ, ਬਾਣੀ 'ਚ ਉਹਨੂੰ ਨੇਤਰਹੀਣ ਨਹੀਂ ਕਿਹਾ। ਇੱਥੇ ਜਿਹੜੇ ਬੰਦਿਆਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਹੱਥ ਨਹੀਂ ਕੰਮ ਕਰਦੇ, ਮਹਾਰਾਜ ਨੇ ਉਹਨਾਂ ਨੂੰ ਵਿਕਲਾਂਗ, ਉਹਨਾਂ ਨੂੰ ਅਪਾਹਜ ਨਹੀਂ ਕਿਹਾ। ਜਿਹਦੀ ਸੋਚ ਮਾੜੀ ਹੈ ਉਹਨੂੰ ਵਿਕਲਾਂਗ ਕਿਹਾ। ਅੱਜ ਦਿਸਦਾ ਕਿਉਂ ਨਹੀਂ? ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਉਹ ਸਭ ਨੂੰ ਵੇਖ ਰਿਹਾ, ਇਹਨਾਂ ਨੂੰ ਦਿਸਦਾ ਨਹੀਂ। ਕਿਉਂ? ਕਿਉਂਕਿ ਸਾਡੇ ਕੋਲ ਅੱਖ ਹੀ ਹੈ ਨਹੀਂ ਉਹ ਵੇਖਣ ਵਾਲੀ। ਅਸੀਂ ਤਾਂ ਅਸੀਂ ਤਾਂ ਪੱਥਰਾਂ 'ਚੋਂ ਵੇਖਦੇ ਪਏ ਹਾਂ। ਸਾਡੀ ਤਾਂ ਸਮੱਸਿਆ ਹੈ ਵੀ ਅਸੀਂ ਪੱਥਰ 'ਚੋਂ ਵੇਖ ਰਹੇ ਹਾਂ, ਉਹਨੂੰ ਦੁੱਧ ਪਾ ਰਹੇ ਹਾਂ, ਜਿਹਦੇ ਵਿੱਚ ਜਾਨ ਆ ਉਹਦੇ ਮੂੰਹ 'ਚੋਂ ਖਿਓ ਰਹੇ ਹਾਂ। ਉਹਨੂੰ ਅਸੀਂ ਦੇਣ ਲਈ ਤਿਆਰ ਨਹੀਂ ਹੈਗੇ। ਆਪਾਂ ਕੀ ਕਰ ਰਹੇ ਹਾਂ? ਸਾਡੇ ਵੀ ਤਾਂ ਉਹ ਕੁਝ ਹੋ ਰਿਹਾ। ਨਿਸ਼ਾਨ ਸਾਹਿਬ ਦਾ ਇਸ਼ਨਾਨ ਕੱਚੀ ਲੱਸੀ ਨਾਲ ਕਰਾਇਆ ਜਾ ਰਿਹਾ, ਉਹਦੀ ਸੇਵਾ ਸੰਭਾਲ ਕਰਨੀ ਸੀ। ਉਹਨੂੰ ਕੋਈ ਪੇਂਟ ਕਰੋ, ਚੰਗਾ ਰੰਗ ਲਿਆ ਕੇ ਕਰੋ ਤਾਂ ਕਿ ਜੰਗਾਲ ਨਾ ਪਵੇ। ਕਿੰਨੇ ਸਾਡੇ ਨੌਜਵਾਨ ਵੀਰ ਜਿਹੜੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸੰਗਲੀ ਟੁੱਟ ਗਈ, ਜੰਗਾਲ ਪਿਆ ਸੀ, ਜ਼ਮੀਨ ਤੇ ਡਿੱਗ ਪਏ, ਉਹਨਾਂ ਦੀ ਡੈਥ ਹੋ ਗਈ। ਕਿੰਨੀਆਂ ਅਸੀਂ ਜਾਨਾਂ ਗਵਾ ਚੁੱਕੇ ਹਾਂ। ਜਿਹੜਿਆਂ ਕੰਮਾਂ ਤੋਂ ਸਾਨੂੰ ਗੁਰਮਤ ਰੋਕਦੀ ਹੈ, ਉਹ ਕੰਮ ਸਾਡੇ ਕੋਲੋਂ ਕਰਵਾਏ ਜਾ ਰਹੇ ਨੇ। ਇੱਥੇ ਜਿਹੜਾ ਸ਼ਬਦ ਵਰਤਿਆ ਨਾ, ਜਿਵੇਂ ਤਿਸ ਭਾਵੈ ਤਿਵੇਂ ਚਲਾਵੇ, ਜਿਮ ਹੋਵੇ ਫਰਮਾਨ। ਇਹਨਾਂ ਦੇ ਹੱਥ, ਮਹਾਰਾਜ ਕਹਿੰਦੇ ਇਹਨਾਂ ਦੇ ਆਪਣੇ ਹੱਥ ਵਸ ਕੁਝ ਵੀ ਨਹੀਂ ਹੈ। ਪਹਿਲੀ ਗੱਲ ਤੇ ਇਹ ਮਿੱਥ ਹੈ। ਜੇ ਹੈਗੇ ਵੀ ਨੇ ਤੇ ਇਹ ਵੀ ਇੱਕ ਆਮ ਸੰਸਾਰ ਦੀ ਤਰ੍ਹਾਂ ਆਏ ਤੇ ਸੰਸਾਰ ਤੋਂ ਚਲੇ ਗਏ। ਫਿਰ ਭਗਵਾਨ ਕਿੱਦਾਂ ਹੋਏ? ਸਗਲੀ ਥੀਤ ਪਾਸਦਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੂਲੇ ਨਰ ਕਰਤਕ ਚਰੈਣ, ਜਨਮ ਮਰਨ ਤੇ ਰਹਿਤ ਨਰੈਣ। ਬੜਾ ਰੱਬ ਹੈ, ਉਹ ਤੇ ਜੰਮਣ ਮਰਨ ਤੋਂ ਰਹਿਤ ਹੈ। ਤੁਸੀਂ ਇਹਨਾਂ ਨੂੰ ਭਗਵਾਨ ਬਣਾ ਕੇ ਪੂਜੀ ਜਾ ਰਹੇ ਜੀ। ਫਿਰ ਗੱਲ ਨੂੰ ਸਮਝਿਓ, ਜਿਨ੍ਹਾਂ ਦਾ ਵਿਸ਼ਵਾਸ ਹੈ ਉਹ 100 ਵਾਰ ਮੰਨਣ, ਪਰ ਕਮ ਸੇ ਕਮ ਗੁਰੂ ਕਿਆ ਸਿੱਖਾ, ਤੂੰ ਬਾਣੀ ਪੜ੍ਹਦਾ ਵਾਂ, ਤੂੰ ਬਾਣੀ ਸਮਝਦਾ ਵਾਂ, ਤੂੰ ਤੇ ਥਾਂ ਥਾਂ ਤੇ ਮੱਥੇ ਨਾ ਟੇਕ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਤੁਸੀਂ 5 ਨੰਬਰ ਪੌੜੀ ਤੇ ਆਪਣਾ ਧਿਆਨ ਲੈ ਜਾਓ, ਤੁਹਾਨੂੰ ਗੱਲ ਐ ਲੜੀ ਜੁੜਦੀ ਨਜ਼ਰ ਆਏਗੀ। 30 ਨੰਬਰ ਪੌੜੀ ਤੱਕ ਆਪਾਂ ਆ ਚੁੱਕੇ ਹਾਂ ਤੇ ਪਿਛਲੀਆਂ ਪੌੜੀਆਂ ਮਿਲਾ ਕੇ ਵੇਖੋ ਗੁਰਦੇਵ ਜੀ ਕਿੱਦਾਂ ਪ੍ਰਕਰਨ ਨੂੰ ਅੱਗੇ ਤੋਰ ਰਹੇ ਨੇ। ਉਹ ਸਾਧ ਸੰਗਤ ਜੀ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤੇ ਉਸ ਮਾਲਕ ਨੂੰ ਨਮਸਕਾਰ ਕਰਦਾ ਜਿਹੜਾ ਆਦਿ ਤੋਂ ਹੈ, ਕਲੰਕ ਤੋਂ ਰਹਿਤ ਹੈ, ਦਾਗ ਤੋਂ ਰਹਿਤ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ, ਭਾਵ ਜਿਹਦਾ ਮੋਢੀ ਹੈ ਨਹੀਂ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਆਦੇਸ਼ ਤੇ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਹਰ ਸਮੇਂ ਇੱਕੋ ਜਾਵੇ। ਸਹਿ ਮੇਰਾ ਨੀਤ ਨਵਾਂ, ਉਹ ਨਿਤ ਨਵਾਂ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਖਰੀਦ ਕੇ ਲਈਏ, 2 ਦਿਨਾਂ ਬਾਅਦ ਪੁਰਾਣੀ ਲੱਗਣ ਲੱਗ ਪੈਂਦੀ, ਹਫ਼ਤੇ ਬਾਅਦ ਹੋਰ ਪੁਰਾਣੀ, ਮਹੀਨੇ 2-3 ਮਹੀਨਿਆਂ, ਸਾਲ ਬਾਅਦ ਹੋਰ ਪੁਰਾਣੀ। ਕਹਿੰਦੇ ਮੇਰਾ ਸਾਹਿਬ ਹੈ ਨਾ, ਜਦੋਂ ਮੈਂ ਇਹਦੇ ਨਾਲ ਸਵੇਰੇ ਉੱਠ ਕੇ ਸਾਂਝ ਪਾਉਣਾ ਨਾ, ਮੈਨੂੰ ਇੰਝ ਲੱਗਦਾ ਜਿਵੇਂ ਮੈਂ ਹੁਣੇ ਨਵਾਂ ਲੈ ਕੇ ਆਇਆ। ਭਾਵੇਂ ਮੇਰਾ ਮਾਲਕ ਐ ਨਵਾਂ ਨਕੋਰ, ਮੈਨੂੰ ਕਦੀ ਬੋਰ ਨਹੀਂ ਕਰਦਾ। ਜੁਗ ਜੁਗ ਇੱਕੋ ਵੇਸ ਜੋ ਆ, ਹਰ ਵਕਤ ਮੈਨੂੰ ਤਰੋ ਤਾਜ਼ਗੀ ਦਿੰਦਾ। ਜਦੋਂ ਮੈਂ ਉਹਦੇ ਨਾਲ ਸਾਂਝ ਪਾਉਣਾ, ਉਹ ਗੁਣਾਂ ਦਾ ਮੁਜੱਸਮਾ, ਗੁਣਾਂ ਦਾ ਖਜ਼ਾਨਾ ਵਾ। ਮੈਂ ਉਹਦੇ ਨਾਲ ਸਾਂਝ ਪਾ ਕੇ ਆਪਣਾ ਆਤਮਿਕ ਵਿਸ਼ਵਾਸ ਉੱਚਾ ਕਰ ਲੈਣਾ। ਤੋਂ ਪਾਤਸ਼ਾਹ ਨੇ ਕਿੱਡੇ ਪਿਆਰੇ ਬਚਨ ਕਹੇ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ। ਜਿਹੜੀ ਮਿੱਥ ਮੰਨੀ ਗਈ ਸੀ ਉਹਨੂੰ ਬਾਖੂਬੀ ਸੋਹਣੇ ਸ਼ਬਦਾਂ ਨਾਲ ਸਤਿਗੁਰ ਨੇ ਸਾਡੇ ਸਾਹਮਣੇ ਰੱਖੀ। ਆਓ ਆਪਣੇ ਅੰਦਰ ਜਿਹੜਾ ਗੁਰੂ ਸ਼ਬਦ ਦਾ ਤੀਰਥ ਸਥਾਨ ਹੈ, ਉਹ 'ਤੇ ਇਸ਼ਨਾਨ ਕਰਕੇ ਆਪਣੇ ਮਨ ਦੀ ਮੈਲ ਉਤਾਰਨ ਦਾ ਯਤਨ ਕਰੀਏ। ਤੇ ਅਸੀਂ ਥਾਂ ਥਾਂ 'ਤੇ ਮੱਥੇ ਟੇਕਣ ਦੀ ਬਜਾਏ ਭੇਖੀ ਬਾਬੇ, ਜਿਹੜੇ ਤਾਂਤਰਿਕ ਜੋਤਸ਼ੀ, ਪਾਂਦੇ ਸਿਆਣੇ, ਕਬਰਾਂ ਮੜੀਆਂ ਛੱਡ ਕੇ ਗੁਰੂ ਦੀ ਬਾਣੀ ਆਪ ਪੜ੍ਹੀਏ ਤੇ ਸਮਝੀਏ, ਆਪਣੀ ਜ਼ਿੰਦਗੀ ਨੂੰ ਉੱਚਾ ਬਣਾਉਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਤੋਂ ਉੱਠਿਆ ਕਿਸਾਨੀ ਸੰਘਰਸ਼ ਭਾਰਤ ਤੋਂ ਇਲਾਵਾ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਪਹੁੰਚ ਚੁੱਕਾ ਹੈ। ਕਿੱਥੇ ਕਿਸਾਨਾਂ ਦੇ ਪੁੱਤ ਜਾਂ ਪੰਜਾਬੀ ਨਹੀਂ ਵਸਦੇ,
ਜੇ ਵੈਨਕੂਵਰ ਜਾਂ ਸਰੀ ਜਾਂ ਐਬਸਫੋਰਡ ਦੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ, ਇੱਥੇ ਕਈ ਰੈਲੀਆਂ ਹੋ ਚੁੱਕੀਆਂ ਹਨ ਔਰ ਇੰਟੀਰੀਅਰ ਦੇ ਵਿੱਚ ਵੀ ਕਲੋਨਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਵੱਡੀਆਂ ਰੈਲੀਆਂ ਦੀਆਂ ਖਬਰਾਂ ਮਿਲੀਆਂ ਹਨ। ਉਧਰ ਕੈਨੇਡਾ ਦੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਰੈਲੀਆਂ ਆਯੋਜਿਤ ਕੀਤੀਆਂ ਗਈਆਂ ਤੇ ਕੀਤੀਆਂ ਜਾ ਰਹੀਆਂ ਹਨ। ਆਸਟ੍ਰੇਲੀਆ, ਇੰਗਲੈਂਡ, ਹਰ ਮੁਲਕ ਦੇ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਰਹਿੰਦੇ ਹਨ, ਦੁਨੀਆ ਦੇ ਹਰ ਮੁਲਕ ਦੇ ਵਿੱਚ ਇਹ ਮੁਜ਼ਾਹਰੇ ਹੋ ਰਹੇ ਹਨ। ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਇਹਨਾਂ ਝਲਕੀਆਂ ਨੂੰ ਸ਼ਾਮਲ ਕਰਦੇ ਹਾਂ। ਸੋਚ ਲਈ ਨਾ ਕਿ ਗੀਤ ਸੁਣਿਆ ਕਰਦੇ ਸੀ, ਪੁੱਠਾ ਪੰਗਾ ਲੈ ਲਿਆ ਜੱਟੀਏ, ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਪਾ ਕੇ। ਤੇ ਮੋਦੀ ਨੇ ਪੰਜਾਬ ਦੇ ਸਿੰਘਾਂ ਨੂੰ ਹੱਥ ਪਾ ਕੇ ਪੁੱਠਾ ਪੰਗਾ ਲੈ ਲਿਆ ਲੱਗਦਾ ਹੈ ਔਰ ਲੋਕ ਜਾਗਰੂਕ ਹੋ ਰਹੇ ਹਨ। ਜਿਹੜੀ ਮਾੜੀ ਸਿਆਸਤ ਹੈ ਹਮੇਸ਼ਾ ਲੋਕਾਂ ਨੂੰ ਆਸੋ ਵਿੱਚ ਹੀ ਲੜਾਉਂਦੀ ਹੈ। ਸੂਬੇ ਵੰਡੇ ਗਏ ਔਰ ਸੂਬਿਆਂ ਦਾ ਆਸੋ ਵਿੱਚ ਹੀ ਝਗੜਾ ਕਰਾਈ ਰੱਖਣਾ ਤੇ ਲੋਕਾਂ ਦਾ ਧਿਆਨ ਇੱਧਰ ਉੱਧਰ ਪੁਆਈ ਰੱਖਣਾ। ਤੇ ਹੁਣ ਇਹ ਸੂਬੇ ਇਕੱਠੇ ਹੋ ਰਹੇ ਹਨ। ਪੰਜਾਬ ਦੇ ਟੁੱਟੇ ਹੋਏ ਹਰਿਆਣੇ ਦੇ ਵਿੱਚੋਂ ਲੋਕ ਉੱਠ ਕੇ ਪੰਜਾਬ ਦੇ ਹੱਕ ਦੇ ਵਿੱਚ ਨਿੱਤਰ ਰਹੇ ਹਨ। ਇੱਥੇ ਬਸ ਨਹੀਂ, ਦਿੱਲੀ ਦੇ ਲੋਕ, ਰਾਜਸਥਾਨ ਦੇ ਲੋਕ ਸਾਰੇ ਹੀ ਕਿਸਾਨੀ ਸੰਘਰਸ਼ ਦੇ ਵਿੱਚ ਪੰਜਾਬੀਆਂ ਦੀ ਔਰ ਪੰਜਾਬ ਦੀ ਹਮਾਇਤ ਦੇ ਵਿੱਚ ਆ ਨਿੱਤਰੇ ਹਨ, ਜਿਸ ਦੇ ਵਿੱਚ ਹਿੰਦੂ ਵੀ ਹਨ ਔਰ ਮੁਸਲਮਾਨ ਵੀ ਹਨ। ਸਾਰੇ ਇੱਕਮਿਕ ਹੋ ਰਹੇ ਹਨ। ਜਿਹੜੀ ਕਿ ਇੱਕ ਵੱਡੀ ਲਲਕਾਰ ਹੈ, ਵੰਗਾਰ ਹੈ ਉਸ ਤਾਨਾਸ਼ਾਹੀ ਦੇ ਵਾਸਤੇ, ਜਿਹੜੀ ਕਿ ਸਿਰਫ ਸਰਮਾਏਦਾਰਾਂ ਦੇ ਵਾਸਤੇ ਹੀ ਕੰਮ ਕਰ ਰਹੀ है। क्या ये किसान भाई अपने घरों को छोड़कर इस ठंड के मौसम में क्या होली दिवाली मनाने आए हैं? किस तरीके की बात करते हैं? भाजपा आईटी सेल की तरह बात करते हैं। देश के दलाल मीडिया के भरवे पत्रकार जो चंद सिक्कों पर तवायफ की तरह कोठे पर नाच और मुजरा गाती है, वो कंगना के छज्जा टूटने पर हाई तौबा मचाती है, सुशांत सिंह केस में हाई तौबा मचाती है। तो आखिर जो देश के अन्नदाता किसान भाई हैं, जो हमारे पालनहार हैं, जिनके मेहनत से जो ठंड में, बरसात में, गर्मी में अपने खेतों में जब सींच रहे होते हैं तो न वो सांप से डरते हैं, न जंगली जीव जंतुओं से डरते हैं। ये मेहनत करते हैं तो हम अपना पेट भरते हैं। इस पेट की आग बुझाने वाला ये हमारे पालनहार अन्नदाता किसान भाई हैं। इतने दरिंदे प्रधानमंत्री जी लगातार रामायण के और कबीर के दोहे कहते हैं। प्रधानमंत्री जी, मंदोदरी ने कहा था कि राजा के अहंकार और मूर्ख होने का दंश प्रजा को झेलना पड़ता है। वशिष्ठ महर्षि ने कहा था कि राजा अगर निसंतान हो तो लोक कल्याण की बातें नहीं कर सकता। जैसे रंडवों की सरकार ने, हरियाणा सरकार गड्ढे खोद रही है, पत्थरों के बुलडोजर लगाए जा रहे हैं, लाठी डंडे बरसाए जा रहे हैं,
आंसू गैस के गोले छोड़े जा रहे थे। ये हमारे देश के अन्नदाता किसान भाई हैं जो हमारा पालनहार है, अपने खून से सींचकर हमारा पेट पालते हैं, पूरे देश के आवाम का पेट पालते हैं। ਲੱਗਦਾ ਮੜਕ ਭੰਨਤੀ ਆ। ਨਹੀਂ ਅਜੇ ਮੜਕ ਭੰਨੀ ਜਾਊਗੀ, ਬਿੱਲ ਪਾੜ ਕੇ ਤੁਹਾਡੀ ਝੋਲੀ 'ਚ ਪਾ ਕੇ ਜਾਣਾ। ਇੱਕ ਵੀ ਸ਼ਰਤ ਮਨਜ਼ੂਰ ਨਹੀਂ ਹੈ, ਜਿੱਥੇ ਮਰਜ਼ੀ ਭੱਜ ਲਿਓ। ਕੱਟਾ ਕੱਢੀ ਕੱਢਣੀ ਹੈ, ਜਦ ਮਰਜ਼ੀ ਆ ਜਿਓ ਜੇ। ਇਹ ਮੇਰੀ ਲਲਕਾਰ ਸਮਝ ਲਿਓ ਜਾਂ ਮੇਰੇ ਪਿਆਰ ਭਾਵਨਾ ਵਾਲੇ ਇੱਕ ਸੁਨੇਹਾ ਸਮਝ ਲਿਓ ਜੋ ਗੁਰੂ ਘਰੋਂ ਆਇਆ। ਤੁਹਾਡੀ ਮਰਜ਼ੀ ਹੈ, ਸੈਂਟਰ ਸਰਕਾਰੋਂ ਭਾਵੇਂ ਫੌਜ ਲਿਆਓ, ਭਾਵੇਂ ਤੁਸੀਂ ਸੀਆਰਪੀ ਲਿਆਓ, ਭਾਵੇਂ ਬੀਐਸਐਫ ਲਿਆਓ, ਲਾਓ ਇੱਥੇ ਆਪਦੀਆਂ ਮਸ਼ੀਨ ਗਨਾਂ ਤੇ ਟੈਂਕਾਂ। ਤੁਹਾਨੂੰ ਦੱਸਾਂਗੇ ਵੀ ਪੰਜਾਬ ਦੇ ਬੰਦੇ ਕਿਹੜੀ ਖੂਨ ਤੇ ਕਿਹੜੀ ਮਿੱਟੀ ਤੇ ਬਣੇ ਹੋਏ ਆ। ਇਹ ਵੀ ਕਰ ਲਿਓ ਜੀ, ਗੱਲ ਸਪਸ਼ਟ ਕੰਨ ਖੋਲ ਕੇ ਸੁਣ ਲਓ। ਨਾ ਤਾਂ ਇੱਥੋਂ ਡੇਰਾ ਚੱਕਣਾ, ਨਾ ਤੁਹਾਡੇ ਕਹੇ ਤੇ ਕਿਸੇ ਗਰਾਊਂਡਾਂ 'ਚ ਜਾਣਾ, ਨਾ ਕੋਈ ਤੁਹਾਡੀ ਸ਼ਰਤ ਮਨਜ਼ੂਰ ਕਰਨੀ ਹੈ ਤੇ ਨਾ ਹੀ ਕਰਨੀ ਹੈ ਤੁਹਾਡੇ ਨਾਲ ਗੱਲਬਾਤ। ਤੁਸੀਂ ਬਿੱਲ ਰੱਦ कर दो, ਅਸੀਂ ਆਪਣੇ ਕਰੇ, ਤੁਸੀਂ ਆਪਣੇ ਕਰੇ। राजस्थान से हूँ, हम राजस्थान के साथी कल से चले हैं। हमें गुस्सा तब आया जब पंजाब के हमारे बड़े भाई सारे साथी खेती किसानी को बचाने के लिए जब दिल्ली की तरफ कूच किया गया, इनको खालिस्तानी आतंकवादी किया गया। मैं आपके मीडिया के सामने, अगर हक मांगना खालिस्तानी है, मैं राजस्थान से हूँ, मैं खालिस्तानी हूँ। केरल का किसान आ रहा है, वो खालिस्तानी है। मध्य प्रदेश का किसान, उड़ीसा किसान, नागालैंड का किसान, अगर हरियाणा किसान तो बिल्कुल गिल्ला डट रहा भाई। तो इस करके अगर हक मांगने का आपको नाम दिए जाते, दूसरी तरफ आप इन मेरे बड़े भाइयों को इस धर्म की जितनी मोदी अगर इनकी जुत्ती में पानी भर के पी लेना है तो ये जन्म सुधर जाएगा उसका। जितने बाकी धर्मों में गुरु रहे हैं, सभी राज्य महाराजे रहे हैं। सिख धर्म एक ऐसा कौम है, गुरुओं ने अपने बच्चों की, अपने परिवारों की शहादतें दी है। देश की, चाहे बॉर्डर का मामला हो, चाहे देश की आजादी का मामला हो। ये क्या पंजाब एकला क्यों रहा है? पंजाब हमेशा से भारत का लीडर होकर था। चाहे विश्व युद्ध की बात हो, पाकिस्तान चीन की लड़ाई की बात हो, चाहे देश की आजादी की लड़ाई बात हो, पंजाब की तो बराबरी करे कौन सकते। ये गुजरात वाले देश के मालिक बन गए। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਅਜੇ ਕਿਸਾਨੀ ਸੰਘਰਸ਼ ਦੇ ਨਾਲ ਸੰਬੰਧਿਤ ਹੋਰ ਵੀ ਕਈ ਸੈਗਮੈਂਟਸ ਪੇਸ਼ ਕੀਤੇ ਜਾਣੇ ਹਨ, ਜਿਨ੍ਹਾਂ ਦੇ ਵਿੱਚ ਵੇਖਾਂਗੇ ਲੋਕ ਕਿਵੇਂ ਜਾਗਰੂਕ ਹੋ ਰਹੇ ਹਨ, ਚੇਤੰਨ ਹੋ ਰਹੇ ਹਨ, ਇਕਮੁੱਠ ਹੋ ਰਹੇ ਹਨ ਇਸ ਤਾਨਾਸ਼ਾਹੀ ਦੇ ਖਿਲਾਫ। ਅੱਜ ਮਹੀਨੇ ਦਾ ਦੂਸਰਾ ਸ਼ਨਿਚਰਵਾਰ ਹੈ। ਅਸੀਂ ਆਪਣਾ ਮਾਸਿਕ ਸੈਗਮੈਂਟ ਪੇਸ਼ ਕਰਦੇ ਹਾਂ, ਜਿਸ ਦੇ ਵਿੱਚ ਕਾਨੂੰਨੀ ਨੁਕਤਿਆਂ ਤੋਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਨ ਪ੍ਰਸਿੱਧ ਵਕੀਲ ਬ੍ਰਿਜ ਮੋਹਨ ਜੀ ਹਰਜਿੰਦਰ ਸਿੰਘ ਥਿੰਦ ਹੋਣਾ ਦੇ ਇੰਟਰਵਿਊ ਸੈਗਮੈਂਟ ਦੇ ਵਿੱਚ। ਪੁਲਿਸ ਅਤੇ CBSA ਵਰਗੀਆਂ ਏਜੰਸੀਜ਼ ਹਰੇਕ ਬੰਦੇ ਦਾ ਰਿਕਾਰਡ ਰੱਖਦੀਆਂ ਨੇ। ਜਦੋਂ ਵੀ ਉਹ ਕੋਈ ਗਲਤ ਕੰਮ ਹੁੰਦਾ ਵੇਖਦੀਆਂ ਤੇ ਉਸ ਤੋਂ ਬਾਅਦ ਉਹ ਰੈਕਡ ਜਿਹੜਾ ਕਈ ਵਾਰੀ ਕ੍ਰਿਮੀਨਲ ਰੈਕਡ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਬੰਦੇ ਨੂੰ ਬਹੁਤ ਦਿੱਕਤਾਂ ਪੇਸ਼ ਆਉਂਦੀਆਂ ਨੇ। ਔਰ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਐਕਟੀਵਿਟੀਜ਼ ਨੇ ਜਿਨ੍ਹਾਂ ਕਰਕੇ ਪੁਲਿਸ ਰੈਕਡ ਬਣਦਾ ਹੈ। CBSA ਤੇ ਜਿਹੜੀ ਪੁਲਿਸ ਆ ਉਹ ਕਿਵੇਂ ਆਪਰੇਟ ਕਰਦੀ ਹੈ, ਉਸ ਦੇ ਅੰਦਰਲੇ ਨਟਸ ਐਂਡ ਬੋਲਟਸ ਅੱਜ ਵਕੀਲ ਸਾਹਿਬ ਸਾਨੂੰ ਦੱਸਣਗੇ। ਮਸ਼ਹੂਰ ਵਕੀਲ ਬ੍ਰਿਜ ਮੋਹਨ ਜੀ ਸਾਡੇ ਸਟੂਡੀਓ 'ਚ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਹੋਏਗੀ। ਜੀ ਆਇਆਂ ਨੂੰ। ਹੈਲੋ ਰਜਿੰਦਰ ਜੀ। ਸੋ ਜਿਹੜੀ CBSA ਜਾਂ ਪੁਲਿਸ ਆ, ਜਦੋਂ ਇਹ ਰੈਕਡ ਬਣਾਉਂਦੇ ਨੇ, ਮੇਰਾ ਖਿਆਲ ਹਰ ਚੀਜ਼ ਉਹ ਨੋਟ ਕਰਦੇ ਰਹਿੰਦੇ ਨੇ। ਉਹ ਰੈਕਡ ਕਿੰਨੀ ਕੁ ਦੇਰ ਰਹਿੰਦਾ ਅਤੇ ਉਸ ਤੋਂ ਕਿਵੇਂ ਖੜਾ ਛੁਡਾਇਆ ਜਾ ਸਕਦਾ, ਉਹ ਰੈਕਡ ਕੀ ਨੁਕਸਾਨ ਕਰ ਸਕਦਾ? ਰਜਿੰਦਰ ਜੀ, ਪਿਛੋਕੜ ਛੋਈਆਂ ਜਿਹੜੀਆਂ ਗਲਤੀਆਂ ਕਈ ਵਾਰ ਅਜੋਕੇ ਸਮੇਂ 'ਚ ਤੁਹਾਡਾ ਪਿੱਛਾ ਨਹੀਂ ਛੱਡਦੀਆਂ। ਪਹਿਲੇ 'ਚ ਐਂ ਹੁੰਦਾ ਸੀ ਵੀ ਜੇ ਕਿਸੇ ਬੰਦੇ ਨੇ ਸ਼ਰਾਬ ਪੀ ਲਈ, ਰੌਲਾ ਰੱਪਾ ਪਾ ਲਿਆ, ਪੁਲਿਸ ਇਨਵੋਲਵ ਵੀ ਹੋ ਗਈ, ਤਾਂ ਨਸ਼ਾ ਉਤਰਨ ਤੋਂ ਬਾਅਦ ਪੁਲਿਸ ਸਮੇਤ ਸਾਰੇ ਬੰਦੇ ਇਸ ਗੱਲ ਨੂੰ ਆਈ ਗਈ ਕਰ ਦਿੰਦੇ ਸੀਗੇ। ਪਰ ਹੁਣ ਜਦ ਪੁਲਿਸ ਵਾਲੇ ਕਿਤੇ ਵੀ ਜਾਣ ਤਾਂ ਉਹਨਾਂ ਨੇ ਸਾਰਿਆਂ ਨਾਲੋਂ ਪਹਿਲਾ ਕੰਮ, ਉਹਨਾਂ ਦੇ ਉੱਪਰਲੀ ਜੇਬ 'ਚ ਡਾਇਰੀ ਹੁੰਦੀ ਆ, ਉਹ ਕੱਢ ਕੇ ਬੰਦੇ ਦਾ ਨਾਂ ਪੁੱਛਣਾ, ਡੇਟ ਆਫ ਬਰਥ ਪੁੱਛਣਾ, ਐਡਰੈਸ ਪੁੱਛਣਾ, ਤੇ ਉਸ ਤੋਂ ਬਾਅਦ ਇੱਕ ਵਾਰ ਪੁਲਿਸ ਦੀ ਐਂਟਰੀ ਉਸ ਬੁੱਕ 'ਚ ਹੋ ਗਈ, ਫਿਰ ਜਾ ਕੇ ਉਹਨਾਂ ਨੇ, ਜਦ ਉਹਨਾਂ ਦੀ ਸ਼ਿਫਟ ਖਤਮ ਹੋਣੀ ਆ, ਉਹਨਾਂ ਨੇ ਆਪਣੇ ਕੰਪਿਊਟਰ 'ਚ ਐਂਟਰ ਕਰ ਦੇਣੀ ਹੈ। ਉਸ ਨਾਲ ਪੁਲਿਸ ਦਾ ਜਿਹੜਾ ਰੈਕਡ ਬਣ ਜਾਂਦਾ। ਸੋ ਕਿੰਨੀ ਦੇਰ ਰਹਿੰਦਾ, ਬਹੁਤ ਵੈਰੀ ਗੁੱਡ ਕੁਐਸਚਨ ਹੈ। ਆਮ ਤੌਰ 'ਤੇ ਪਹਿਲਾਂ ਸਾਨੂੰ ਕੁਐਸਚਨ ਪੁੱਛਿਆ ਜਾਂਦਾ ਸੀਗਾ ਕਿ ਵੀ ਜਿਹੜਾ ਕ੍ਰਿਮੀਨਲ ਰੈਕਡ ਤੇ ਪੁਲਿਸ ਰੈਕਡ ਵਿੱਚ ਕੀ ਫਰਕ ਹੈ। ਜਿਹੜਾ ਕ੍ਰਿਮੀਨਲ ਰੈਕਡ ਆ ਉਹਨੂੰ ਤਾਂ ਫਿਰ ਵੀ ਐਟਲੀਸਟ ਆਪਣੀ ਪੁਰਾਣੀ ਜਿਹੜੀ ਕੰਜ਼ਰਵੇਟਿਵ ਸਰਕਾਰ ਸੀ ਉਸ ਨੇ ਸੀਲ ਕਰਨਾ ਬਹੁਤ ਸੌਖਾ ਕਰ ਦਿੱਤਾ। ਪਰ ਜਿਹੜਾ ਪੁਲਿਸ ਰੈਕਡ ਹੈ ਉਹਨੂੰ ਤੁਸੀਂ ਸੀਲ ਵੀ ਨਹੀਂ ਕਰ ਸਕਦੇ ਤੇ ਮਿਟਾ ਵੀ ਨਹੀਂ ਸਕਦੇ ਜੀ। ਜਦੋਂ ਅਸੀਂ ਬਾਰਡਰ ਪਾਰ ਕਰਦੇ ਹਾਂ, ਉੱਥੇ ਜਿਹੜੇ ਬਾਰਡਰ 'ਤੇ ਖੜੇ ਹੋਏ ਆਫਿਸਰਸ ਨੇ, ਉਹ ਕਈ ਵਾਰੀ ਚੈੱਕ ਕਰਦੇ, ਕਈ ਵਾਰੀ ਤੁਹਾਡਾ ਲਾਇਸੈਂਸ, ਤੁਹਾਡਾ ਪਾਸਪੋਰਟ ਵੇਖਦੇ ਆ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਉਦੋਂ ਹੀ ਪਤਾ ਲੱਗ ਜਾਂਦਾ।
हाँ जी, एक बार जब ਤੁਹਾਡਾ ਨਾਮ ਜਾਂ ਡੇਟ ਆਫ ਬਰਥ ਪਾਉਂਦੇ ਆ ਉਸ ਤੋਂ ਬਾਅਦ ਤੁਹਾਡੀ ਸਾਰੀ ਜਿਹੜੀ ਜ਼ਿੰਦਗੀ ਦੀ ਕਥਾ ਜੇ ਹੈਗੀ ਹੈ ਤਾਂ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਕਿੰਨੀ ਵਾਰ ਤੁਸੀਂ ਫੈਮਿਲੀ ਵਾਇਲੈਂਸ ਇਨਵੋਲਵ ਸੀਗੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿੰਨੀ ਵਾਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਹੋ ਜਾਂ ਕੋਰਟ ਵਿੱਚ ਦੋਸ਼ੀ ਪਾਏ ਗਏ ਹੋ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਕਿੰਨੀ ਵਾਰ ਤੁਸੀਂ ਡਰੱਗ ਯੂਜ਼ ਕੀਤੀ ਹੈ ਜਾਂ ਕੋਰਟ ਵਿੱਚ ਤੁਸੀਂ ਡਰੱਗਸ ਦੇ ਮਤਲਬ ਤੁਹਾਡੇ ਅਗੇਂਸਟ ਕੋਈ ਕਨਵਿਕਸ਼ਨਸ ਹੈਗੀਆਂ। ਸੋ ਅੱਜ ਕੱਲ੍ਹ ਅਮਰੀਕਾ ਔਰ ਕੈਨੇਡਾ ਕਹਿਣ ਨੂੰ ਦੇਸ਼ ਅਲੱਗ-ਅਲੱਗ ਹੈ, ਪਰ ਜਿਹੜਿਆਂ ਲੋਕਾਂ ਦੇ ਪਰਸਨਲ ਰੈਕਰਡਸ ਹੈ ਉਹ ਇੱਕ ਦੂਜੇ ਨਾਲ ਬਹੁਤ ਹੀ ਫਰੀਕੁਐਂਟਲੀ ਸ਼ੇਅਰ ਕੀਤੇ ਜਾਂਦੇ ਆ। ਇਸ ਲਈ ਲੋਕਾਂ ਨੂੰ ਬਹੁਤ ਕਿੰਤੂ ਪ੍ਰੰਤੂ ਵੀ ਹੈ ਕਿ ਵੀ ਕੰਟਰੀਆਂ ਅਲੱਗ-ਅਲੱਗ ਆ, ਪਰ ਸਾਡੀ ਜਿਹੜੀ ਪਰਸਨਲ ਪ੍ਰਾਈਵੇਟ ਇਨਫੋਰਮੇਸ਼ਨ ਆ ਅਮਰੀਕਨਸ ਨਾਲ ਕਿਉਂ ਸ਼ੇਅਰ ਕੀਤੀ ਜਾਂਦੀ ਹੈ। ਇਹ ਕ੍ਰਿਮੀਨਲ ਰੈਕਡ ਤੋਂ ਜਾਂ ਇਸ ਕਿਸਮ ਦੇ ਰੈਕਡ ਤੋਂ ਕਿਵੇਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ? ਜਿਹੜਾ ਕ੍ਰਿਮੀਨਲ ਰੈਕਡ ਹੈ, ਜੇ ਤਾਂ ਤੁਸੀਂ ਕਿਸੇ offense ਚਾਰਜ ਹੋਏ ਹੋ ਜਿਹੜਾ ਕਿ ਸੀਰੀਅਸ ਨਹੀਂ ਹੈ ਤਾਂ 5 ਸਾਲਾਂ ਬਾਅਦ ਤੁਸੀਂ ਆਪਣੇ ਆਟਵਾ 'ਚ ਐਪਲੀਕੇਸ਼ਨ ਦੇ ਸਕਦੇ ਹੋ। ਜੇ ਕੋਈ ਸੀਰੀਅਸ offense ਹੈ ਤਾਂ ਆਫਟਰ 10 years ਤੁਸੀਂ ਆਪਣੀ ਐਪਲੀਕੇਸ਼ਨ ਜਿਹੜਾ ਕ੍ਰਿਮੀਨਲ ਰੈਕਡ ਨੂੰ ਸੀਲ ਕਰਨ ਦੀ ਐਪਲੀਕੇਸ਼ਨ ਦੇ ਸਕਦੇ। ਇਹਨਾਂ ਨੇ ਗਵਰਨਮੈਂਟ ਨੇ ਇਨਫੈਕਟ ਕਾਫੀ ਸੁਖਾਲਾ ਬਣਾ ਦਿੱਤਾ ਹੈ। ਪਰ ਜਿਹੜਾ ਪੁਲਿਸ ਰੈਕਡ ਹੈ ਇਹਨੂੰ ਜਿਹੜਾ ਖਤਮ ਕਰਨਾ ਇਹ ਇੱਕ ਬਹੁਤ ਗੁੰਝਲਦਾਰ ਮਾਮਲਾ ਹੈ। ਇਹ ਆਮ ਤੌਰ ਤੇ ਖਤਮ ਨਹੀਂ ਹੁੰਦਾ, ਪਰ ਜੇ ਤੁਸੀਂ ਚਾਹੋ ਤਾਂ ਇਹਦਾ 3 ਸਟੈਪ ਪ੍ਰੋਸੈਸ ਹੈ। ਤੁਸੀਂ ਜਿਹੜੇ ਪੁਲਿਸ ਅਫਸਰ ਨਾਲ ਤੁਸੀਂ ਡੀਲ ਕੀਤਾ ਸੀਗਾ ਜਿਹਨੇ ਤੁਹਾਡਾ ਰੈਕਡ ਬਣਾਇਆ, ਤੁਸੀਂ ਉਹਦੇ ਨਾਲ ਜਾ ਕੇ ਗੱਲਬਾਤ ਕਰ ਸਕਦੇ ਹੋ, ਉਹ ਕਰ ਸਕਦਾ, ਉਹਦਾ ਡਿਸਕ੍ਰੈਸ਼ਨ ਹੈ। ਜਾਂ ਜਿਹੜੀ ਵੀ ਸਿਟੀ ਜਾਂ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਉਸ ਦਾ ਪੁਲਿਸ ਜਿਹੜਾ ਚੀਫ ਹੈ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ। ਆਖਰ ਵਿੱਚ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਪੁਲਿਸ ਰੈਕਡ ਗਲਤ ਬਣਿਆ ਅਤੇ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਉੱਪਰ ਇੰਪੈਕਟ ਕਰ ਰਿਹਾ ਤਾਂ ਤੁਸੀਂ ਕੋਰਟ ਕਚਹਿਰੀ ਵਿੱਚ ਜਾ ਕੇ ਜੱਜ ਸਾਹਿਬ ਕੋਲੋਂ ਵੀ ਹੁਕਮ ਲੈ ਸਕਦੇ ਹੋ, ਪਰ ਤੁਹਾਨੂੰ ਉੱਥੇ ਜਾ ਕੇ ਸਾਬਤ ਕਰਨਾ ਪਊਗਾ ਕਿ ਵੀ ਇਹ ਪਹਿਲਾਂ ਰੈਕਡ ਗਲਤ ਬਣਿਆ ਕਿਉਂ ਅਤੇ ਤੁਸੀਂ ਇਹਨੂੰ ਕਿਉਂ ਮਿਟਾਉਣਾ ਚਾਹੁੰਦੇ ਹੋ। ਵਕੀਲ ਸਾਹਿਬ, ਸਾਡੇ ਵੇਖਣ ਤੇ ਸੁਣਨ ਵਾਲਿਆਂ ਕੋਲੇ ਕਈਆਂ ਕੋਲੇ ਗਨ ਲਾਇਸੈਂਸਿਸ ਨੇ, ਜਿਹੜਾ ਫਾਇਰ ਆਰਮ ਐਕੁਜ਼ੀਸ਼ਨ ਪਰਮਿਟ ਹੈ। ਜਦੋਂ ਪੁਲਿਸ ਵਾਲਾ ਤੁਹਾਡੀ ਪਲੇਟ ਪਾਉਂਦਾ ਜਾਂ ਤੁਹਾਡਾ ਰੈਕਡ ਵੇਖਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਲਾਇਸੈਂਸ? ਹਾਂਜੀ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਤੁਹਾਡੇ ਕੋਲ ਗਨ ਲਾਇਸੈਂਸ ਹੈ ਜਾਂ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਗਨ ਹੈਗੀ ਹੈ। ਸਾਰਿਆਂ ਨਾਲੋਂ ਪਹਿਲੀ ਚੀਜ਼ ਇਹ ਦੇਖਦੇ ਆ ਆਪਣੀ ਸੇਫਟੀ ਲਈ ਕਿ ਵੀ ਬੰਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈਗਾ। ਤੁਹਾਨੂੰ ਰੋਕਣਗੇ, ਇਹਨਾਂ ਨੇ ਗੱਡੀ 'ਚੋਂ ਨਹੀਂ ਨਿਕਲਣਾ ਜੇ ਇਹਨਾਂ ਨੂੰ ਪਤਾ ਵੀ ਤੁਹਾਡੇ ਕੋਲ ਹਥਿਆਰ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲੀ ਰੋਡ ਸਾਈਡ 'ਤੇ ਤੁਹਾਨੂੰ ਰੋਕਦੇ ਆ ਜਾਂ ਤੁਹਾਡੇ ਘਰੇ ਆਉਣਾ ਹੈ, ਇਹਨਾਂ ਨੇ ਪਹਿਲਾਂ ਤਸੱਲੀ ਕਰਨੀ ਹੈ। ਮੈਂ ਤਾਂ ਜੀ ਪਤਾ ਨਹੀਂ ਪਿਛਲੇ 30 ਸਾਲਾਂ 'ਚ ਕਿੰਨੀਆਂ 911 ਕਾਲਸ ਸੁਣ ਚੁੱਕੇ ਹਾਂ ਜਿੱਥੇ ਚੀਖਾਂ ਪੈ ਰਹੀਆਂ ਹੁੰਦੀਆਂ। ਉੱਥੇ ਪੁਲਿਸ ਵਾਲਿਆਂ ਦਾ ਪਹਿਲਾ ਕੁਐਸਚਨ ਹੁੰਦਾ ਕਿ ਇਹਦੇ ਕੋਲ ਕੋਈ ਹਥਿਆਰ ਹੈਗਾ, ਕੋਈ ਚਾਕੂ ਹੈਗਾ, ਕੋਈ ਪਿਸਤੌਲ ਹੈਗੀ ਹੈ, ਤਾਂ ਕਿ ਉਹ ਪੂਰੀ ਤਿਆਰੀ ਕਰਕੇ ਜਾ ਸਕਣ ਤਾਂ ਕਿ ਉਹ ਸਿਚੁਏਸ਼ਨ ਨਾਲ ਡੀਲ ਕਰ ਸਕਣ। ਜੀ ਮੈਂ ਸੁਣਿਆ ਸੀ ਵੀ ਜਦੋਂ ਪੁਲਿਸ ਆਫਸਰ ਨੂੰ ਇਹ ਪਤਾ ਲੱਗਦਾ ਕਿ ਇਹਦੇ ਕੋਲੇ ਗਨ ਲਾਇਸੈਂਸ ਹੈ, ਲੀਗਲ ਲਾਇਸੈਂਸ ਹੈ ਗਨ, ਔਰ ਉਦੋਂ ਉਹਦੇ ਮਨ ਦੇ ਵਿੱਚ ਕਈ ਸ਼ੰਕੇ ਉਦੋਂ ਹੀ ਦੂਰ ਹੋ ਜਾਂਦੇ ਆ ਕਿ ਇਹ ਕ੍ਰਿਮੀਨਲ ਨਹੀਂ ਹੋ ਸਕਦਾ, ਇਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੋ ਸਕਦਾ, ਕਿਉਂਕਿ ਗਨ ਦਾ ਲਾਇਸੈਂਸ ਲੈਣਾ ਹੀ ਇਟਸੈਲਫ ਪਹਿਲਾਂ ਉਹਦਾ ਬਹੁਤ ਚੈੱਕਅਪ ਹੋ ਚੁੱਕੀ ਹੁੰਦੀ ਹੈ ਔਰ ਉਹ ਜ਼ਿੰਮੇਵਾਰ ਸ਼ਹਿਰੀ ਸਮਝਿਆ ਜਾਂਦਾ। ਜ਼ਿੰਮੇਵਾਰ ਸ਼ਹਿਰੀ ਨੂੰ ਹੀ ਉਹ ਗਨ ਦਾ ਲਾਇਸੈਂਸ ਦਿੰਦੇ ਨੇ। ਕੀ ਇਸ ਦੇ ਨਾਲ ਪੁਲਿਸ ਦੇ ਮਨ ਦੇ ਵਿੱਚ ਕੋਈ ਉਸ ਦਾ ਪ੍ਰਭਾਵ ਵੱਧਦਾ ਜਾਂ ਘਟਦਾ, ਬੁਰਾ ਪੈਂਦਾ ਜਾਂ ਚੰਗਾ ਪੈਂਦਾ? ਇਹਦਾ ਸਵਾਲ ਦਾ ਜਵਾਬ ਦੋਨੋਂ ਪਾਸੇ ਦਿੱਤਾ ਜਾ ਸਕਦਾ। ਜੇ ਉਹਨਾਂ ਨੂੰ ਪਤਾ ਹੈ ਕਿ ਵੀ ਤੁਹਾਡੇ ਕੋਲ ਗਨ ਲਾਇਸੈਂਸ ਹੈਗਾ ਤਾਂ ਉਹਨਾਂ ਦੇ ਮਨ 'ਚ ਸ਼ੰਕਾ ਵੀ ਹੋਊਗੀ ਕਿ ਵੀ ਜੇ ਤੁਸੀਂ ਉਹਨਾਂ ਦੇ ਘਰ 'ਚ ਬੜੇ, ਜਿਵੇਂ ਕਿ ਟਰੂਡੋ ਸਾਹਿਬ ਨੇ ਕਿਹਾ ਕਿ ਵੀ ਹਰ ਇੱਕ ਬੰਦਾ ਆਪਣੇ ਘਰ ਦਾ ਰਾਜਾ ਹੈ। ਸੋ ਜੇ ਤੁਸੀਂ ਅੰਦਰ ਵੜਦੇ ਹੋ, ਧੱਕੇ ਨਾਲ ਪੁਲਿਸ ਵਾਲੇ ਵੜਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਵੀ ਕੋਈ ਕ੍ਰਾਈਮ ਹੋਇਆ ਜਾਂ ਹੋਣ ਦੀ ਸੰਭਾਵਨਾ ਹੈ, ਤਾਂ ਉਸ ਦੌਰਾਨ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੁੰਦਾ ਕਿ ਉਹੀ ਗਨ ਜਿਹੜੀ ਤੁਹਾਡੇ ਕੋਲ ਲਾਇਸੈਂਸ ਤੌਰ 'ਤੇ ਕਾਨੂੰਨੀ ਤੌਰ 'ਤੇ ਤੁਸੀਂ ਉਹਨਾਂ 'ਤੇ ਵਰਤ ਸਕਦੇ ਹੋ। ਪਰ ਤੁਹਾਡੀ ਗੱਲ ਸਹੀ ਹੈ, ਕੈਨੇਡਾ ਵਿੱਚ ਜਿਹੜਾ ਗਨ ਲਾਇਸੈਂਸ ਲੈਣਾ ਬਹੁਤ ਹੀ ਔਖਾ ਹੈ। ਕਿੰਨੀਆਂ ਲੇਅਰਸ ਹੈ ਜਿਨ੍ਹਾਂ ਨੂੰ ਪਾਸ ਕਰਨਾ ਤੁਹਾਨੂੰ ਪੈਂਦਾ, ਆਪਣਾ ਜਿਹੜਾ ਕਰੈਕਟਰ ਗੁੱਡ ਸ਼ੋਅ ਕਰਨਾ ਪੈਂਦਾ, ਅਤੇ ਈਵਨ ਤੁਹਾਡੇ ਜੀਵਨ ਸਾਥੀ ਜਿਹਦੇ ਨਾਲ ਤੁਹਾਨੂੰ ਚਾਹੇ ਲੱਗ ਰਹਿੰਦੇ 2 ਸਾਲ ਵੀ ਹੋ ਗਏ ਹੋਣ, ਉਹਦੀ ਵੀ ਇਜਾਜ਼ਤ ਲੈਣੀ ਪੈਂਦੀ ਹੈ ਕਿ ਵੀ ਇਹ ਬੰਦਾ ਗਨ ਰੱਖਣ ਦੇ ਲਾਇਕ ਹੈਗਾ ਕਿ ਨਹੀਂ ਹੈਗਾ। ਪਰ ਜਿੱਥੇ ਕਿਤੇ ਵੀ ਵੈਪਨਸ ਦੀ ਗੱਲਬਾਤ ਹੁੰਦੀ ਆ, ਉੱਥੇ ਜੇ ਵੈਪਨਸ ਨਹੀਂ ਹੈ ਤਾਂ ਹੋ ਸਕਦਾ ਕਿ ਵੀ 2 ਲੇਡੀਜ਼ ਪੁਲਿਸ ਅਫਸਰ ਹੀ ਜਾਣ, ਪਰ ਜਿੱਥੇ ਗਨਸ ਦੀ ਗੱਲਬਾਤ ਹੁੰਦੀ ਆ ਉੱਥੇ 20 ਪੁਲਿਸ ਅਫਸਰਾਂ ਦੀ ਗੱਡੀਆਂ ਪਹੁੰਚਦੀਆਂ। ਜੀ ਅਖੀਰ 'ਚ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ? ਆਖਿਰ ਤਾਂ ਜੀ ਮੈਂ ਇਹੀ ਕਹੂੰਗਾ ਕਿ ਵੀ ਜੇ ਤੁਹਾਡਾ ਕੋਈ ਵੀ ਕ੍ਰਿਮੀਨਲ ਰੈਕਡ ਹੈਗਾ ਤਾਂ ਤੁਹਾਨੂੰ ਛੇਤੀ ਤੋਂ ਛੇਤੀ ਜਦ ਵੀ ਤੁਹਾਡਾ ਟਾਈਮ
ਪੂਰਾ ਹੋ ਗਿਆ, ਤੁਹਾਨੂੰ ਉਸ ਨੂੰ ਸੀਲ ਕਰਨ ਦੀ ਦਰਖਾਸਤ ਦੇਣੀ ਚਾਹੀਦੀ ਹੈ, ਕਿਉਂਕਿ ਜਿੰਨੀ ਦੇਰ ਤੁਸੀਂ ਉਹਨੂੰ ਸੀਲ ਨਹੀਂ ਕਰਵਾਉਂਦੇ ਉਹ ਤੁਹਾਡੇ ਰੈਕਡ ਤੇ ਉਵੇਂ ਹੀ ਸ਼ੋ ਕਰੂਗਾ। ਲਾਸਟ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰਨੀ ਹੈ ਤਾਂ ਕਿ ਤੁਹਾਨੂੰ ਕਿਸੇ ਵਕੀਲ ਦੀ, ਦਲੀਲ ਦੀ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਮਿਹਰਬਾਨੀ ਜੀ। ਮੋਦੀ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਦੇ ਵਾਸਤੇ ਆਪਣੇ ਹਰ ਹੀਲੇ ਵਸੀਲੇ ਵਰਤੇ ਹਨ। ਇਹਨਾਂ ਸੰਘਰਸ਼ ਦੇ ਦਿਨਾਂ ਦੇ ਵਿੱਚ ਜਿੱਥੇ ਵੀ ਵੱਡੇ ਇਕੱਠ ਹਨ, ਈਵਨ ਦਿੱਲੀ ਤਾਂ ਸਾਰੇ ਪਾਸਿਆਂ ਤੋਂ ਹੀ ਘੇਰੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿੰਨੀਆਂ ਵੀ ਐਂਬੂਲੈਂਸਿਸ ਵਗੈਰਾ ਵੀ ਪੰਜਾਬ ਤੋਂ ਚੋਟੀ ਦੇ ਡਾਕਟਰ ਜਾ ਰਹੇ ਹਨ, ਉਹਨਾਂ ਨੂੰ ਵੀ ਐਂਟਰ ਹੋਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੇ ਕਿ ਕਿਸਾਨਾਂ ਦੀ ਸਿਹਤ ਸੰਭਾਲ ਦੇ ਵਾਸਤੇ ਆਪਣੀਆਂ ਫ੍ਰੀ ਸੇਵਾਵਾਂ ਦੇਣ ਦੇ ਵਾਸਤੇ ਜਾ ਰਹੇ ਹਨ। ਇੱਥੇ ਬਸ ਨਹੀਂ, ਨੈਟਵਰਕ ਜਿਹੜੇ ਹਨ ਜਾਮ ਕੀਤੇ ਜਾ ਰਹੇ ਹਨ। ਨੈਟਵਰਕ ਜਾਮ ਕਰਨ ਦੇ ਵਾਸਤੇ ਉਹਨਾਂ ਦੀਆਂ ਵੱਡੀਆਂ ਗੱਡੀਆਂ ਹਨ ਜਿਹੜੀਆਂ ਕਿ ਭੀੜ ਦੇ ਵਿੱਚ ਇੱਧਰ ਉੱਧਰ ਖੜੀਆਂ ਕੀਤੀਆਂ ਹੋਈਆਂ ਹਨ। ਜੇ ਵੇਖਿਆ ਜਾਵੇ ਲੋਕਾਂ ਨੂੰ ਹੁਣ ਕਿੰਨਾ ਕੁ ਚਿਰ ਬੁੱਧੂ ਬਣਾਇਆ ਜਾ ਸਕਦਾ ਹੈ। ਇਹ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚ ਰਿਹਾ ਹੈ। ਫਿਰ ਇਹ ਕਿਹਾ ਜਾਂਦਾ ਹੈ ਕਿ ਇਸ ਸੰਘਰਸ਼ ਦੇ ਵਿੱਚ ਖਾਲਿਸਤਾਨੀਆਂ ਦੀ ਸਪੋਰਟ ਹੈ ਜੀ। ਇਹ ਜਿਹੜੇ ਲੋਕ ਹਨ ਇਹ ਪੜ੍ਹੇ ਲਿਖੇ ਵਿੱਚ ਕਿੱਥੋਂ ਆ ਗਏ? ਜੱਟ ਕਿਸਾਨ ਇਹ ਤਾਂ ਅਨਪੜ੍ਹ ਲੋਕ ਹਨ। ਇਹ ਪੈਂਟਾਂ ਜੀਨਾਂ ਵਾਲੇ ਕਿੱਥੋਂ ਆ ਗਏ? ਇਹੋ ਜਿਹੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਉਹ ਭਲਿਓ ਮਾਨਸੋ ਕਿਸਾਨਾਂ ਦੇ ਪੁੱਤ ਇਸ ਵੇਲੇ ਦੁਨੀਆ ਦੇ ਕਿਹੜੇ ਅਹੁਦੇ ਤੇ ਨਹੀਂ ਹਨ? ਡਾਕਟਰ, ਵਕੀਲ, ਔਰ ਇੱਥੇ ਬਸ ਨਹੀਂ, ਵੱਡੇ ਤੋਂ ਵੱਡੇ ਬਿਜ਼ਨਸ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਲੱਗੇ ਹੋਏ ਹਨ। ਸੋ ਤੁਸੀਂ ਕਿੱਥੇ ਭੁੱਲੇ ਫਿਰਦੇ ਹੋ? ਜਨਤਾ ਨੂੰ ਤੁਸੀਂ ਬੁੱਧੂ ਨਹੀਂ ਬਣਾ ਸਕਦੇ। ਇੱਕ ਮੁਟਿਆਰ ਦਿੱਲੀ ਦੇ ਵਿੱਚ ਬੈਠੀ ਵੀ ਸਾਰੀ ਸਮਝ ਸਕਦੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ। ਆਓ ਇੱਕ ਮੁਟਿਆਰ ਦੀ ਗੱਲਬਾਤ ਸੁਣਦੇ ਹਾਂ ਜਿਹੜੀ ਕਿ ਦਿੱਲੀ ਦੀ ਵਸਨੀਕ ਹੈ ਔਰ ਪੜ੍ਹੀ ਲਿਖੀ ਹੈ और पढ़ा रही है। सो ये जो पब्लिक है सब कुछ जानती है अंदर क्या है बाहर क्या है। मेरे साथ जो है डॉक्टर रितु है, सोशल एक्टिविस्ट है, इनसे बातचीत करते हैं। आज यहाँ पर पहुंची है मैम। आज आप यहाँ पर आए, क्या आपको यहाँ पर देखने को मिला? क्या आपको लग रहा है जो आरोप लगाए जा रहे हैं खालिस्तानी समर्थक है? और ये जो गोदी मीडिया, सोल्ड मीडिया, जो ये एक नैरेटिव दिखा रही है ना, कोई नहीं करा। सिर्फ पंजाब का किसानी पागल हो गए या बावला हो गए। वो पागल और बावला नहीं है, दे आर अवेयर। इनके अगर आप क्रांति देखोगे, इनकलाब देखोगे, इनके अंदर जो जज्बा देखोगे, आप भगत सिंह को जब याद करेंगे ना, तब आपको पता चलेगा कि बच्चा 60 साल का बुजुर्ग आपको देखने की जरूरत नहीं है। 30 साल का, 40 साल का भी इंसान आपको किसान नजर आएगा। तो ये वो जज्बा है, वहां से लेकर आ रहे हैं। मोदी जी की तरह नहीं कि ध्यान भटकाने के लिए, क्योंकि उनको पता है कि जो जुमला मैंने छोड़ दिया, जैसे मैं हर बार नोटबंदी कर देता हूँ या कोई भी रातों रात चीज कर देता हूँ, वैसे मुझे लगा कि मैं बहुत अच्छा एक जुमला दिखाऊंगा, जो 3 बिल लेकर आऊंगा। लास्ट बिल देखा है ना आपने, जो कि डेथ नोटिस है किसानों का। लास्ट बिल अगर इम्प्लीमेंट होता है तो नथिंग, जितनी देर से पहले मूर्ख बनाते आए किसानों को ना, वो जब वो करते आए, क्योंकि बड़े बड़े उद्योगपति हैं, कॉर्पोरेट घराने के लोग, उनके पास दिमाग है। क्योंकि आप देखिए, अगर ज्यादातर इंडिया में कौन है, स्मॉल लैंड होल्डर्स है, इतना नहीं अवेयरनेस होती, लोगों को नहीं इतना पता होता। तो हम मांग क्या है किसानों की? सिंपली तो आपके से वो मेन मांग ही तो ये करे एमएसपी की। आप इधर दे रहे हैं ना, आप इस तरफ दे दीजिए, किसान खुश, सब कुछ। आप 100% एमएसपी दे दीजिए, आप श्योरिटी दे दीजिए कि हम आपको मिनिमम सपोर्ट वैल्यू देंगे, प्राइस देंगे। आप देंगे, वो कह रहे हैं देंगे नहीं ना। मोदी जी से ज्यादा झूठ कौन बोलता है? इतना झूठ बोलते हैं, इतना झूठ बोलते हैं। तो हमें उनका वो नहीं चाहिए वर्डिक्ट, मुंह से वो जो जुमले देते हैं, लिखित चाहिए। आप बोल रहे हैं ना, तो आप लिख कर दे दो, बात खत्म, कहानी खत्म। क्यों हमारा वक्त बर्बाद करो? क्यों रोज मीटिंग बुला रहे हो? कल मीटिंग बुलाई, सिर्फ फर्जीवाड़ा करते हो। फिर 3 तारीख को मीटिंग बुला रहे हो, क्यों पखंड कर रहे हो? जो चीज किसान मांग रहे दे दो। कि वो किसान नहीं है, ये वो नहीं है यूथ, ये जागरूकता है, ये इनकलाब है। आप सोच रहे हो हल्के में ले लिया जाएगा? जो उगाना जानता है वो उखाड़ना भी जानता है। आपको लगा कि वाटर कैनन लगा के, टीयर गैस लगाकर ये पंजाब का किसान है, और अभी हरियाणा का किसान भी उनके साथ पूरा साथ दे रहा है। और ऐसे महाराष्ट्र का भी जाग चुका है, गुजरात से भी आए हुए, बिल्कुल आए हैं, बहुत सारे लोग हैं। आप देखो, जब आप जत्था देखेंगे, अंदर जो लोग बैठे हैं, बहुत सारे लोग रिप्रेजेंट कर रहे हैं। इट्स जस्ट दैट आप दिखाओगे नहीं। तो आप जैसे चैनल है जो मेन मीडिया, तो मेरी नजरों में ये मीडिया है, सोशल मीडिया इज मेन मीडिया, जो रियलिटी दिखाता है। गोदी मीडिया तो दिखाएगा नहीं, क्योंकि उनकी जो जेबें हैं वो प्राइवेट सेक्टर से भरी हुई हैं। वो तो मैं हमेशा ही बोलती आई हूँ, दैट इज सोल्ड मीडिया। वो तो वही दिखाएगा जो मोदी, नरेंद्र मोदी कहेंगे। देखिए, जो सरकारी स्कूल है उनकी बर्बादी हुई, सरकारी अस्पताल की बर्बादी। अब जो सरकारी जो मंडी है उसका नंबर आ गया है, उसका नंबर आ गया। मैं ये कह रही हूँ, पहली सरकार और पहला प्रधानमंत्री ऐसा देखा है, लोग देश घर की चीजें बचाते हैं। आप अपने घर की चीजें एक एक चीज को
बेचने में लगे हो। कभी सरकारी इंस्टीट्यूशंस को, दिल्ली यूनिवर्सिटी का, जेएनयू का हाल आपने देखा, फीस बढ़ा दी, ना दलित का बच्चा पढ़े, ना आदिवासी का, ना किसान का बच्चा पढ़े। तो कोई बच्चा इस तरह का पढ़े ना। फिर आपने जाकर अब किसान पे वार करना शुरू कर दिया। किसान पे वार अभी से नहीं हो रहा, बहुत पहले से हो रहा है। पागल पहले से वो जो एक रिंग बनाया था कि इसके अंदर से हमारा आलू पास होगा तो वो फ्लॉप हो जाएगा, तो आलू जो फंस जाएगा वो आलू हम ले लिया जाएंगे। वो कहाँ से दिमाग आता है? इनके अंदर इतना दिमाग है क्या? ये कॉर्पोरेट सेक्टर्स का दिमाग है, तो ये उन्हीं के हिसाब से चलते हैं। दैट्स व्हाट आई एम सेइंग। हट जाओ बीच में से, सीधे हमें डायरेक्ट डील कर दे रहे हो। अंबानी अडानी के सजा सबको उसको देना है, स्कूल्स को, इंस्टीट्यूशंस को, सबको प्राइवेट करो, सब चीजें बेच रहे हैं। इनमें जितने यूथ है ये क्यों यहाँ आकर बैठे हैं? अगर ये यूथ यहाँ आकर बैठे हैं, इनका काम है पढ़ना लिखना, इनका काम है किताबें उठाना, पढ़ना लिखना, आगे जाना। ये बेचारे सोच रहे हैं हमारे माँ बाप ने जो जमीनों पर कर्जा ले लेके काम किया, हम उसको बचाएं कि क्या करें, या अपनी किताबें देखें। ये सरकार पहली, मैं वही तो कह रही हूँ, इतना मूर्ख लोग भरे हुए हैं, ये चाहते ही नहीं है। देखो मैं अभी भी ये समझा रही हूँ, जो लोग ये मूर्ख सोच कर घर बैठे ना, हमारा क्या जा रहा है, हमारे बाप का वहाँ का क्या जा रहा है, हम बैठ रहे, वो ये समझ लें कि उनका तो गुजारा हो जाएगा गोमूत्र गोबर खाकर, तुम्हारा नहीं होने वाला। वो भक्तों का हो जाएगा, तुम्हारा गुजारा नहीं होने वाला। पढ़ेंगे, लिखेंगे, लड़ेंगे, हमारे लिए वही एक वो है, यू नो, एक ऑल्टरनेटिव है। उनका हो जाएगा पापड़ खा के, ये वो सारा कोरोना भाग जाएगा उनका। फिर उनके जो नेतागण है प्राइवेट अस्पतालों में भागते हैं। सरकारी हॉस्पिटल से लेकर आप फंड देख लो, एजुकेशन में 0 फंड देते हैं ये लोग। क्या फंड देते हैं एजुकेशन में आज दिन तक? सरकारी स्कूल, सरकारी इंस्टीट्यूशन, सरकारी अस्पतालों की स्थिति इतनी खराब है इस देश में। सब चीजें आप सरकारी प्राइवेट करते जा रहे हो। जितने गुरुद्वारे हैं दिल्ली में या बाहर, मैं दिल्ली में खड़ी हूँ इसलिए दिल्ली की बात करूँ, बाहर आप उसमें देखेंगे अनाज, अन्न कहाँ से आता है? जो लंगर खाते हैं, हिंदू, मुस्लिम, सिख, ईसाई, देखता है क्या गुरुद्वारा जिसमें बैठ के हम अन्न खाते हैं? लंगर लगता है 20, कितने लोगों का राशन, कितने लोगों का पेट, कितने लोगों का घर गुरुद्वारे से चलता होगा। आप जिसकी दिया थाली में खाते हैं उसी की थाली में छेद कर रहे हैं। दिस इज व्हाट इज हैपनिंग। ये काम तो सरकार का होना चाहिए, जिम्मेदारी लेना और लोगों के पेट पालना। ये काम कौन करता है? सिख समुदाय का इतिहास पढ़ा है? हाँ, बचपन में हमें बहुत छेड़ा जाता था। बहुत लोग बोलते थे कि 12 बज गए इनके, पर कभी 12 बजे के पीछे की हिस्ट्री सुनी है, समझी है? किसकी माँ बहनों को बचाते थे? सो वी नीड टू रियलाइज दिस फैक्ट। और ये जो सोच रहे हैं ना, जिनकी हिक पे आके आज बैठे, इनको लगा था वाटर कैनन ये वो करके इनका बहुत बिगाड़ कर दिया जाएगा, भूल जाए वो। ये वो समुदाय, ये वो जिंदाबाद, ये वो समुदाय है। भगत सिंह का रगों का खून है सबके अंदर। मैं सच बता रही हूँ, ये अगर उगाना जानते हो तो उखाड़ना भी जानते हैं। और इस समय जो वो ध्यान भटकाने के लिए मनोरंजन वहाँ कर रहे हैं ना, वहाँ से ध्यान यहाँ लाएं, क्योंकि उनके घर के अंदर सब खलबली मची हुई है। घर के अंदर कुछ बचा नहीं है। मत बेचे रेलवे, मत बेचे बैंक्स को बेच दिया, सब चीजें बेच दी। सिर्फ क्या कर रहे हैं? अंबानी का जियो दंदनादन चल रहा है। पहले पागल बनाया, अब वो कर रहे हैं। यही किसानों के साथ भी होगा। अगर आज नहीं समझे, मैं ये कहती हूँ, एक मतलब इस मुद्दे से अगर आप सोचे, बहुत शो ऑफ इस देश में, वी ईट ऑर्गेनिक प्रोडक्ट्स, हम ऑर्गेनिक चीजें खाते हैं। ये जो सेलिब्रिटीज जब ये कहते हैं ब्लैक लाइव्स मैटर, दे आर नेवर सेड दलित लाइफ मैटर। ये जो सेलिब्रिटीज, ये जो बॉलीवुड में बैठे हैं, जो चमचे हैं सरकार के, मुझे तो आज इतना बुरा लग रहा है। किसी का पोस्ट आप देखेंगे, अमेरिका में काला मरता है तो आप कहते हैं ब्लैक लाइफ मैटर। आज किसान का बच्चा मर रहा है। आपने सबने वो फोटो देखी होगी जहाँ पे एक बुजुर्ग किसान को डंडा मारा जा रहा था। उन्हीं को लंगर खिला रहे थे ना, उन्हीं को लंगर, उन्हीं को प्रसादा खिलाया, सब चीजें दी। तो आप ये सारी चीजें देखते हैं, लेकिन आपके दिल में एक जहन में एक चीज भी नहीं आती कि कभी आप एक पोस्ट किसानों के लिए करें। क्यों? क्योंकि नरेंद्र मोदी नाराज हो जाएगा। नरेंद्र मोदी नाराज होगा। आप बेवकूफ जैसी औरत को, जिसको मुद्दों का कुछ नहीं पता, Y+ सिक्योरिटी देते हैं कंगना को, और आप उसको और किसानों के आप लाठीचार्ज करते हैं, टीयर गैस उठाते हैं। आपको लग रहा, मतलब आपकी स्ट्रैटेजी क्या है? किस लिए हमने तो बनाया था? आपकी एक्चुअली है क्या है? जिसके अपने आगे औलाद होगी ना, उसको दर्द होगा। जिसने कभी कुछ बनाया होगा उसको दर्द होगा। जिसने देश का कभी कुछ संवारा होगा उसको दर्द होगा। जब आगे पीछे आपके कोई नहीं है ना, तो आप ऐसे होते, क्योंकि आपने कुछ बनाया तो है नहीं इस देश में जो बिकता जा रहा है। आपको क्या फर्क पड़ेगा? ये 70 साल से लोगों की जो मेहनत है, किसानों की, जवानों की, ये जो खून है उन्होंने बहाया है, वो ये उसकी मेहनत है। जो आप ये जत्था, जो जज्बा, जो इनकलाब, आज रियल रेवोल्यूशन आप लोगों के अंदर देख रहे हैं, वो है कि अपने देश को बचाएगा कौन? हम बचाएंगे ना। आप तो लुटेरे हैं। आप तो बैंक किसानों के कर्जे माफ नहीं करते, लेकिन लोगों को लोन दे के आप बाहर भगा देते हो। मूर्ख है क्या हम? ऐसे भाग जाता है नीरव मोदी
मोदी बाहर, विजय माल्या बाहर पैसा लेके, आधे से ज्यादा पैसा लेके, क्योंकि जब आपके चुनाव होते हैं वहां से आपको फंडिंग आती है। आज आप अंबानी अदानी के खजाने क्यों भर रहे हैं? क्योंकि आप चुनाव करेंगे और आपको फंडिंग वहां से आएगी। चुनाव के टाइम पे आप किसानों का बुरा हाल करते हो और आप कहते हैं कोरोना है। जब आपको रैली करनी है, अमित शाह को रैली करनी है, तब कोरोना नहीं है। वहां पे मूर्ख बनाते हैं पूरे देश को। हमारे देश में साइंस ना कुछ मानी नहीं जाती, विज्ञान की फेल है हमारे देश में। हमारे देश में पाखंड सबसे ऊपर है। आपके देश में वैक्सीन, आपके अंदर इतनी काबिलियत है तो प्रोड्यूस करो ना वैक्सीन, फटाफट आपको प्रोड्यूस करनी चाहिए थी। विश्व गुरु बनाते हैं ना आप, विश्व गुरु बनाते हैं। चाइना कैसे इंक्लूड किया अंदर? चाइना से तो देश बचाया नहीं जा रहा। जितने आसपास के बॉर्डर है सबके साथ तो दुश्मनी आपने ले ली है। अब आप बचा कौन था? पिछले साल मुसलमान को तड़पाया, इस साल इनको किसानों को, सिखों को तड़पाओ, यही तो आपको आता है। फिर कुछ नहीं मिला तो दोनों को आपस में लड़ाओ, नफरत डलवाओ। मूर्ख हैं ये, सब भूल जाएं कि अब ये चीज नफरत आएगी। ये इनकलाबी रियल रेवोल्यूशन है। उल्टा इनकी ऐसी मूर्खताओं से ना इंसान के अंदर एकजुटता बढ़ती है और एकत्व का भाव बढ़ता है। कल एक बार फिर से जो है सरकार के साथ बैठक होने वाली है, क्या आपको लग रहा है कुछ समाधान निकला है? क्योंकि सरकार कह रही है कानून तो वापस नहीं लेंगे, लेकिन अगर आपकी कोई प्रॉब्लम है उसको एड्रेस किया जाएगा। देखो, ये जो इनकी बेवकूफ़ी है ना कि कानून वापस नहीं लेंगे, ये ज़्यादा देर तक चलने नहीं वाली। क्योंकि इनको ये लगता है, जो फुलिश एजेंडास के साथ इनको ये लगता है कि थोड़ा बहुत तो मूर्ख बनाएंगे, हम अपना कानून वापस नहीं लेंगे। इन्होंने शायद इनका ना पाला नहीं पड़ा, इनका पाला नहीं पड़ा किसानों के साथ। पंजाब के स्पेशली आई एम सेइंग, बिकॉज यहाँ पे जत्थे में ज़्यादातर अधिकतर लोग वहाँ से उस तरफ से आए हैं, लेकिन इनका इन लोगों के साथ पाला नहीं पड़ा। जब इन लोगों जिनके साथ पाला पड़ा है ना, इनकी रगों में पानी नहीं है। ये इनकलाब का, रेवोल्यूशन का खून है, ये दिखा दिया जाएगा। और इनको ये लग रहा है कि यहाँ से भाग जाएंगे, हम मीटिंग करेंगे, कुछ नहीं कहेंगे, थोड़ा बहुत तंग करेंगे, ऐसा होने नहीं वाला। अभी तो दिल्ली के बॉर्डर पे है ना, पूरा दिल्ली इन्वेड कर लिया जाएगा, पूरा लंबा। जब तक देखते हैं ना, 6-6 महीने का सबके पास राशन है। और ऐसा नहीं कि दिल्ली के लोग नहीं आ रहे, हम लोग भी तो आए ना, यूनिवर्सिटीज में हम पढ़ते हैं, यहाँ पे पढ़ाते हैं, तो हम लोग भी तो आए ना। यहाँ पे बच्चा आ चुका है, सब अंदर है। लोगों को बड़ी दिक्कत हो रही है। कोई दिक्कत नहीं हो रही। वी आर वेरी मच विद देम। मतलब हमें क्यों दिक्कत होगी? हम जिसका खाते हैं उसी की थाली में छेद करेंगे। हम उनकी जयचंद की औलादे हैं क्या? हमें कोई दिक्कत नहीं है। वी आर वेलकमिंग देम विद ओपन हार्ट एंड सोल। और हम रोज यहाँ पे आएंगे, और रोज आज 1-1, 2-2, 3-3 आ रहा है ना, हम लोग जत्थे के जत्था भर के आएंगे और यहाँ पे आएंगे, इनका साथ देंगे। ਪੰਜਾਬੀ ਕਮਿਊਨਿਟੀ ਜਿਸ ਨੇ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਾ ਕੇ ਆਪਣੀ ਮਿਹਨਤ ਦੇ ਬਲਬੂਤੇ ਦੇ ਉੱਤੇ ਜਾ ਕੇ ਸਫਲਤਾ ਹਾਸਲ ਕੀਤੀ ਹੈ, ਬਹੁਤ ਤਰੱਕੀਆਂ ਕੀਤੀਆਂ ਹਨ ਔਰ ਆਪਣਾ ਨਾਮਣਾ ਵੀ ਬਣਾਇਆ ਹੈ, ਇੱਜ਼ਤ ਮਾਣ ਵੀ ਖੱਟਿਆ ਹੈ। ਕੈਨੇਡਾ ਵਰਗੇ ਮੁਲਕ ਦੇ ਵਿੱਚ ਤਾਂ ਇੱਕ ਨਹੀਂ, ਬਹੁਤ ਸਾਰੇ ਮਿੰਨੀ ਪੰਜਾਬ ਬਣੇ ਹੋਏ ਹਨ। ਸਰੀ ਤੋਂ ਇਲਾਵਾ ਬਰੈਂਪਟਨ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਸਿਚੁਏਸ਼ਨ ਹੈ ਔਰ ਸਰੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਤੁਸੀਂ ਵੇਖਿਆ ਹੈ ਕਿ ਕਿੰਨੇ ਵੱਡੇ ਪ੍ਰੋਜੈਕਟ ਜਿਹੜੇ ਸਰੀ ਦੇ ਵਿੱਚ ਆਪਣੀ ਕਮਿਊਨਿਟੀ ਦਾ ਨਾਂ ਉੱਚਾ ਕਰ ਰਹੇ ਹਨ। ਸਰੀ ਹਸਪੀਟਲ ਦਾ ਨਾਂ ਔਰ ਉਸ ਦੇ ਵਿੱਚ ਵੱਖ-ਵੱਖ ਵਿੰਗਸ ਜਿਹੜੇ ਹਨ ਉਹਨਾਂ ਦੇ ਨਾਂ ਆਪਣੀ ਕਮਿਊਨਿਟੀ ਨੂੰ ਰੈਕੋਗਨਾਈਜ਼ ਕਰਨ ਦੇ ਵਾਸਤੇ ਰੱਖੇ ਗਏ ਹਨ। ਇਸੇ ਤਰ੍ਹਾਂ ਬਰੈਂਪਟਨ ਦੇ ਵਿੱਚ ਵੀ ਜਿਹੜਾ ਹਸਪੀਟਲ ਹੈ ਉਸ ਦੀ ਐਮਰਜੈਂਸੀ ਦੀ ਐਂਟਰੈਂਸ ਦੇ ਉੱਤੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਿਆ ਹੋਇਆ ਹੈ, ਗੁਰੂ ਨਾਨਕ ਐਮਰਜੈਂਸੀ ਐਂਟਰੈਂਸ। ਪਰ ਇਹ ਜਿਹੜਾ ਸਾਈਨ ਸੀ ਇਹ ਬਹੁਤਾ ਵਿਜ਼ੀਬਲ ਨਹੀਂ ਸੀ, ਨੋਟਿਸੇਬਲ ਨਹੀਂ ਸੀ। ਅਤੇ ਹੁਣ ਇਸ ਗੁਰਪੁਰਬ ਦੇ ਮੌਕੇ ਦੇ ਉੱਤੇ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਬਰੈਂਪਟਨ ਦੇ ਇਸ ਹਸਪੀਟਲ ਦਾ ਜਿਹੜਾ ਇਹ ਸਾਈਨ ਹੈ ਇਹ ਵਧੀਆ ਢੰਗ ਦੇ ਨਾਲ ਵਿਜ਼ੀਬਲ ਬਣਾਇਆ ਜਾਵੇ। ਇਸ ਦੇ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਹਨ, ਰੈਡ FM ਦੇ ਬਰੈਂਪਟਨ ਸਟੇਸ਼ਨ ਤੋਂ ਲੈਂਦੇ ਹਾਂ ਇਹ ਖਾਸ ਰਿਪੋਰਟ। ਹਾਲ ਹੀ ਵਿੱਚ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਦੇ ਮੌਕੇ ਤੇ ਬਰੈਂਪਟਨ ਹਸਪੀਟਲ ਵਿੱਚ ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ ਦੇ ਨਵੇਂ ਸਾਈਨ ਦਾ ਵਰਚੁਅਲ ਰਸਮ ਰਾਹੀਂ ਉਦਘਾਟਨ ਕੀਤਾ ਗਿਆ ਹੈ। ਵਿਲੀਅਮ ਓਸਲਰ ਫਾਊਂਡੇਸ਼ਨ ਵੱਲੋਂ ਸੰਚਾਲਿਤ ਬਰੈਂਪਟਨ ਸਿਵਿਕ ਹਸਪੀਟਲ ਦਾ ਸਾਲ 2007 ਵਿੱਚ ਨਿਰਮਾਣ ਕੀਤਾ ਗਿਆ ਸੀ, ਜਿਸ ਵਿੱਚ ਸਿੱਖ ਕਮਿਊਨਿਟੀ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਸੀ। ਇਸ ਯੋਗਦਾਨ ਨੂੰ ਮਾਨਤਾ ਦੇਣ ਦੇ ਮਕਸਦ ਨਾਲ ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਮਨਸੂਬ ਕੀਤਾ ਗਿਆ ਸੀ। ਪਰ ਪੁਰਾਣਾ ਸਾਈਨ ਨੀਵੀਂ ਜਗ੍ਹਾ ਤੇ ਇੰਸਟਾਲ ਹੋਇਆ ਸੀ ਅਤੇ ਕਮਿਊਨਿਟੀ ਮੈਂਬਰਸ ਦੀ ਮੰਗ ਸੀ ਕਿ ਇਸ ਨਾਂ ਨੂੰ ਕਿਸੇ ਉੱਚੀ ਜਗ੍ਹਾ ਤੇ ਇੰਸਟਾਲ ਕੀਤਾ ਜਾਵੇ। ਸੋ ਇਸ ਗੁਰਪੁਰਬ ਇਸ ਨਵੇਂ ਸਾਈਨ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਹੈ। ਬਰੈਂਪਟਨ ਦੀ ਸਿੱਖ ਕਮਿਊਨਿਟੀ ਦੇ ਮੈਂਬਰ ਕਰਨੈਲ ਸਿੰਘ ਖਾਲਸਾ ਵੱਲੋਂ ਇਸ ਕਾਰਜ ਲਈ $16,000 ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਬਰੈਂਪਟਨ ਦੇ ਇੱਕ ਕਮਿਊਨਿਟੀ ਪੱਤਰਕਾਰ ਸਤਪਾਲ ਸਿੰਘ ਜੋਹਲ ਦਾ ਵੀ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ। ਇਸ ਵਰਚੁਅਲ ਕਾਨਫਰੰਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ CEO ਡਾਕਟਰ ਨਵੀਦ ਮੁਹੰਮਦ ਅਤੇ ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ CEO ਕੈਨ ਮੇਹੂ ਨੇ ਸਿੱਖ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ। Sign is a symbol of that support that shows both our commitment to this community and their commitment to ours. Now, more than ever, we appreciate the importance of emergency departments and receiving safe, quality, compassionate care in our own community.
Osler is grateful for the gift from Karnail Singh Khalsa, which will cover the cost of the manufacturing and installation of this new sign. Brampton Civic only existed thanks to the kindness and generosity of the community, and that community obviously was led by the Sikh community. And the decision was made that in honor and recognition of the scope and the order of magnitude of contributions to Brampton from the Sikh community, that the emergency department would be named for Guru Nanak Dev Ji, as we all know. And that's a tremendous source of pride, both for the community and for those who work in Brampton Civic every single day. ਕੋਵਿਡ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਇਸ ਸੰਬੰਧ ਵਿੱਚ ਕਮਿਊਨਿਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਵੀ ਕੀਤਾ ਜਾਵੇਗਾ। ਬਰੈਂਪਟਨ ਤੋਂ ਰੈਡ FM ਲਈ ਮੈਂ ਤਾਬਿਸ਼ ਨਕਵੀ। ਸਾਡੀ ਕਮਿਊਨਿਟੀ ਤੇ ਸਾਨੂੰ ਫਖਰ ਹੈ, ਨਾਜ਼ ਹੈ ਕਿ ਇਸ ਨੇ ਮਿਹਨਤ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਾਮਯਾਬੀਆਂ ਹਾਸਲ ਕੀਤੀਆਂ, ਨਾਮਣਾ ਖੱਟਿਆ ਹੈ। ਖਾਸ ਤੌਰ ਤੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਇੱਜ਼ਤ ਮਾਣ ਦੀਆਂ ਜਿਹੜੀਆਂ ਹਨ ਉਹ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਬਾਕੀ ਕੰਟਰੀਜ਼ ਦੇ ਵਿੱਚ ਵੀ। ਔਰ ਜਿੱਥੇ ਅਸੀਂ ਸਰਕਾਰੀ ਦਰਬਾਰੇ ਸਾਡੀ ਪੂਰੀ ਪੁੱਛਗਿੱਛ ਹੈ, ਉੱਥੇ ਜਦੋਂ ਸਾਡੇ ਵਤਨ ਦੇ ਵਿੱਚ ਸਾਡੀ ਜਨਮ ਭੂਮੀ ਦੇ ਉੱਤੇ ਕੋਈ ਗੱਲਬਾਤ ਹੁੰਦੀ ਹੈ, ਖਾਸ ਤੌਰ ਤੇ ਹੁਣ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਇਸ ਦੇ ਸੰਬੰਧ ਦੇ ਵਿੱਚ ਵੀ ਕੈਨੇਡਾ ਦੀ ਸਰਕਾਰ ਨੇ ਹੀ ਨਹੀਂ ਬਲਕਿ ਆਪੋਜੀਸ਼ਨ ਨੇ ਵੀ ਹਾਂ ਦਾ ਨਾਰਾ ਮਾਰਿਆ ਹੈ, ਜਿਸ ਦੇ ਕਰਕੇ ਦਿੱਲੀ ਤਖਤ ਨੂੰ ਖਾਸੀ ਤਕਲੀਫ ਹੋਈ ਹੈ। Are thinking and praying for India's farmers who are peacefully protesting new farming legislation. Hundreds of thousands of farmers from Punjab, Haryana, and other parts of India have made their way to Delhi. Shockingly, along the way, these peaceful protesters were met with blockades, water cannons, batons, and tear gas. But they persisted peacefully. In fact, they even provided food and water to the same security forces that were attacking them. The right to peaceful protest is fundamental in any democracy. These farmers deserve to be heard and respected. So as the world watches, Mr. Speaker, we urge the Indian government to hear out the farmers. Because the fact is, Mr. Speaker, no farmers, no food. Farmers feed cities. We all know this, whether in Canada, India, or anywhere else in this world. The right to freedom of speech and peaceful assembly are fundamental rights in any democracy. I want you to know that Conservatives are aware of the situation. We will always support people's right to peacefully protest. Thank you for staying in touch and stay safe. Member rightfully mentioned, the freedom to protest peacefully is a fundamental right that must be respected. Canada is concerned by reports of violence that some farmers would have been met with as they march peacefully in protest. As we believe in strong dialogue, we have made diplomatic representation at senior levels, both here in Ottawa and in Delhi, to express our concerns, Mr. Speaker. So by recognizing the news coming out of India about the protest by farmers, the situation is concerning, and we're all very worried about family and friends. I know that's the reality for many of you. Let me remind you, Canada will always be there to defend the right of peaceful protest. We believe in the importance of dialogue, and that's why we've reached out through multiple means directly to the Indian authorities to highlight our concerns. ਕੈਨੇਡਾ ਦੁਨੀਆ ਦਾ ਪਹਿਲਾ ਮੁਲਕ ਹੈ ਜਿਸ ਨੇ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਸਰਕਾਰੀ ਤੌਰ ਤੇ ਹਾਂ ਦਾ ਨਾਰਾ ਮਾਰਿਆ ਹੈ। ਕੋਈ ਵੀ ਸਰਕਾਰ ਜਦੋਂ ਜ਼ੁਲਮਾਂ ਦੀ ਹੱਦ ਟੱਪ ਜਾਂਦੀ ਹੈ, ਸਰਮਾਏਦਾਰਾਂ ਦੇ ਹੱਥਾਂ ਦੇ ਵਿੱਚ ਇਸ ਤਰ੍ਹਾਂ ਕਠਪੁਤਲੀ ਬਣ ਜਾਂਦੀ ਹੈ ਕਿ ਸਾਰੇ ਮੁਲਕ ਨੂੰ ਦਾਅ ਦੇ ਉੱਤੇ ਲਾ ਦਿੱਤਾ ਜਾਂਦਾ ਹੈ। ਮੁਲਕ ਨੂੰ ਜਿਹੜਾ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਵੇਚਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਤਾਂ ਫਿਰ ਲੋਕ ਜਾਗਰੂਕ ਹੁੰਦੇ ਹਨ ਤੇ ਇਹੋ ਜਿਹੇ ਸੰਘਰਸ਼ ਜਿਹੜੇ ਹਨ ਵਿੱਢਦੇ ਹਨ। ਜਦੋਂ ਸੰਘਰਸ਼ ਐਡੇ ਵੱਡੇ ਲੈਵਲ ਤੇ ਚਲੇ ਜਾਂਦੇ ਹਨ, ਇਸ ਦੇ ਨਾਲ ਫਿਰ ਨਵੀਆਂ ਕ੍ਰਾਂਤੀਆਂ ਵੀ ਜਨਮ ਲੈਂਦੀਆਂ ਹਨ। ਸਾਡੀਆਂ ਭਾਰਤ ਵਰਸ਼ ਦੇ ਸਮੂਹ ਲੋਕਾਂ ਦੇ ਵਾਸਤੇ ਬਹੁਤ ਸ਼ੁਭ ਇਸ਼ਾਵਾਂ ਹਨ ਕਿ ਉਹਨਾਂ ਨੂੰ ਇਸ ਤਾਨਾਸ਼ਾਹੀ ਸਰਕਾਰ ਤੋਂ ਜਾਂ ਇਹੋ ਜਿਹੇ ਜਿਹੜੇ ਭ੍ਰਿਸ਼ਟ ਲੋਕ ਹਨ ਉਹਨਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੇ ਤੇ ਸੱਚਮੁੱਚ ਦੇਸ਼ ਜਿਹੜਾ ਹੈ ਆਜ਼ਾਦ ਹੋਵੇ, ਜਿਸ ਦਾ ਨਿੱਘ ਜਿਹੜਾ ਹੈ ਆਮ ਲੋਕ ਮਾਣ ਸਕਣ। ਅਗਲੇ ਹਫ਼ਤੇ ਤੱਕ ਸਤਿ ਸ੍ਰੀ ਅਕਾਲ।